ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ ਅੰਦੁਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਣਹੁ ਮੇਰੇ ਮੀਤਾ। ਮੈਲ ਖੋਈ ਕੋਟ ਅਗ ਖਰੇ ਨਿਰਮਲ ਭਏ ਚੀਤਾ। ਵਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ। ਨਾਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ। ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ। ਸੰਧਿਆ ਵੇਲੇ ਦੇ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਆਪਾਂ ਅਰਦਾਸ ਦੀ ਜੋ ਚੱਲ ਰਹੀ ਵਿਚਾਰ ਦੀ ਲੜੀ ਹੈ ਉਸ ਲੜੀ ਨੂੰ ਅੱਜ ਅੱਗੇ ਤੋਰਨਾ ਹੈ। ਪਰਸੋਂ ਗੁਰੂ ਕਿਰਪਾ ਨਾਲ ਵਿਚਾਰ ਕੀਤੀ ਸੀ ਕਿ ਜਿਨ੍ਹਾਂ ਨੇ ਗੁਰੂ ਕੇ ਲੰਗਰ ਚਲਾਏ ਤੇ ਭਾਵਨਾ ਨਾਲ ਲੋੜਵੰਦਾਂ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਆਪਾਂ ਅਰਦਾਸ ਵਿੱਚ ਚੇਤੇ ਕਰਨੇ, ਉਹਨਾਂ ਦਾ ਧਿਆਨ ਧਰਨੇ। ਕੱਲ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਕੀਤੀ ਸੀ ਕਿ ਜਿਨ੍ਹਾਂ ਨੇ ਜ਼ਾਲਮ ਦਾ ਮੂੰਹ ਭਵਾਉਣ ਦੇ ਲਈ ਤੇਗ ਵਾਹਣਾ ਕੀਤੀ, ਅੱਜ ਇਸ ਤੋਂ ਅੱਗੇ ਅਰਦਾਸ ਦੇ ਸ਼ਬਦ ਨੇ ਕਿ ਜਿਨ੍ਹਾਂ ਗੁਰਮੁਖਾਂ ਨੇ ਉੱਥੇ ਸ਼ਬਦ ਨੇ ਦੇਖ ਕੇ ਅਣਡਿੱਠ ਕੀਤਾ, ਦੇਖਿਆ ਤੇ ਦੇਖਣ ਤੋਂ ਬਾਅਦ ਉਹਨੂੰ ਅਣਡਿੱਠਿਆ ਕਰ ਦਿੱਤਾ। ਜੇ ਆ ਦੇਖਿਆ ਉਹ ਜਾਂ ਨਾ ਦੇਖਿਆ। ਆਓ ਇਹ ਸ਼ਬਦ ਅਸਲ ਵਿੱਚ ਉਸ ਕਰਨੀ ਵਾਲੇ ਉਸ ਮਹਾਂਪੁਰਸ਼ ਤੇ ਢੁਕਦੇ ਨੇ ਜਿਹੜਾ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਅਭੇਦ ਹੋ ਗਿਆ, ਜਿਨੇ ਆਪਣੇ ਜੀਵਨ ਵਿੱਚ ਕੇਵਲ ਗੁਣਾਂ ਦੀ ਸਾਂਝ ਪਾਈ ਹੈ। ਜੇ ਕਿਸੇ ਦੇ ਔਗਣ ਵੀ ਨਜ਼ਰ ਆਏ ਨੇ ਤੇ ਯਤਨ ਕੀਤਾ ਵੀ ਉਹਦੇ ਔਗਣਾਂ ਦੇ ਉੱਤੇ ਵੀ ਪਰਦਾ ਪੈ ਸਕੇ। ਆਓ ਇਸ ਪਵਿੱਤਰ ਬਚਨ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਔਰ ਗੁਰੂ ਇਤਿਹਾਸ ਵਿੱਚੋਂ, ਸਿੱਖ ਇਤਿਹਾਸ ਵਿੱਚੋਂ ਤੇ ਜਿਹੜੇ ਕਰਨੀ ਵਾਲੇ ਹੋਏ ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ ਉਹਨਾਂ ਦੀ ਵਿਚਾਰ ਆਪ ਨਾਲ ਸਾਂਝੀ ਕਰਨੀ ਹੈ। ਇਹ ਵਿਸ਼ਾ 3 ਹਿੱਸਿਆਂ ਵਿੱਚ ਵੰਡਿਆ ਹੈ ਆਪਾਂ। ਇੱਕ ਤਾਂ ਪਰਮ ਪਿਤਾ ਪਰਮੇਸ਼ਵਰ ਦਾ ਆਪਣਾ ਬਿਰਦ ਹੈ ਕਿ ਉਹ ਖੁਦ ਆਪ ਹੀ ਦੇਖ ਕੇ ਅਣਡਿੱਠ ਕਰ ਦਿੰਦਾ ਹੈ। ਦੂਸਰਾ ਪੂਰੇ ਸਤਿਗੁਰੂ ਦਾ ਬਿਰਦ ਹੈ
ਕਿ ਉਹ ਵੀ ਦੇਖ ਕੇ ਅਣਡਿੱਠ ਕਰਦੇ ਨੇ। ਤੇ ਤੀਸਰਾ, ਜੋ ਸਤਿਗੁਰੂ ਦੇ ਚਰਨਾਂ ਵਿੱਚ ਹਕੀਕਤ ਵਿੱਚ ਅੰਦਰੋਂ ਜੁੜਿਆ ਤੇ ਉਹ ਵੀ ਦੇਖ ਕੇ ਅਣਡਿੱਠ ਕਰ ਦਿੰਦਾ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਆਪ ਬਖਸ਼ਿਸ਼ ਕਿਰਪਾ ਮਿਹਰ ਕਰਕੇ ਵਿੱਚ ਵਰਤੋ ਔਰ ਇਸ ਪਵਿੱਤਰ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਔਰ ਭਗਤ ਸਾਹਿਬਾਨਾਂ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਬਿਰਧ ਦੇ ਸੰਬੰਧੀ ਇੱਕ ਗੱਲ ਕਹੀ ਹੈ ਕਿ ਜਿੱਥੇ ਉਹ ਸਾਰੀ ਸ੍ਰਿਸ਼ਟੀ ਦਾ ਰਚయిਤਾ ਹੈ, ਉਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਤੇ ਉੱਥੇ ਮਹਾਂਪੁਰਸ਼ਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਹੇ, ਉਹਨਾਂ ਉਹ ਕੁਝ ਕਿਹਾ ਜੋ ਕੁਝ ਉਹਨਾਂ ਆਪਣੇ ਨੇਤਰਾਂ ਨਾਲ ਤੱਕਿਆ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਕਿ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਵਾਕਈ ਪ੍ਰਭੂ ਦੇ ਨਾਲ ਅਭੇਦ ਨੇ, ਉਹ ਕਦੀ ਵੀ ਗੱਪ ਨਹੀਂ ਛੱਡਦੇ। ਦੇਖੋ ਬਾਣੀ ਦਾ ਬਚਨ ਹੈ, ਕਹਿੰਦੇ ਨੇ ਕਦੀ ਉਹ ਝੂਠ ਨਹੀਂ ਬੋਲਦੇ। ਤੇ ਸਾਹਿਬ ਜੀਓ, ਜਦੋਂ ਪਰਮੇਸ਼ਵਰ ਬਾਰੇ ਕੋਈ ਗੱਲ ਕਰਦੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਗੱਲ ਹੀ ਉਹ ਕਰਦੇ ਨੇ ਜੋ ਕੁਝ ਅੱਖਾਂ ਨਾਲ ਉਹਨਾਂ ਤੱਕਿਆ। ਇਹਦਾ ਮਤਲਬ ਉਹਨਾਂ ਦਾ ਅਨੁਭਵ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸੰਤਨ ਕੀ ਸੁਣ ਸਾਚੀ ਸਾਖੀ। ਪ੍ਰਭੂ ਦੇ ਪਿਆਰੇ ਸੰਤ ਜਨ, ਉਹਨਾਂ ਦੀ ਸੱਚੀ ਸਿੱਖਿਆ ਹੈ, ਉਹਦੇ ਵਿੱਚ ਕੋਈ ਰਾਈ ਮਾਤਰ ਵੀ ਝੂਠ ਨਹੀਂ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖ ਹੈ ਆਂਖੀ। ਕਹਿੰਦੇ ਨੇ ਜੋ ਕੁਝ ਉਹ ਆਪਣੀਆਂ ਅੱਖਾਂ ਨਾਲ ਦੇਖਦੇ ਨੇ, ਉਹ ਕੁਝ ਉਹ ਸੰਸਾਰ ਨੂੰ ਫਿਰ ਬੋਲ ਕੇ ਦੱਸਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਨੇ ਜੋ ਪ੍ਰਭੂ ਦਾ ਬਿਰਧ ਦੇਖਿਆ, ਜੋ ਮਾਣਿਆ, ਉਹਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ ਹੈ। ਸਭ ਤੋਂ ਪਹਿਲੀ ਗੱਲ ਇਹ ਕਿ ਪਰਮ ਪਿਤਾ ਪਰਮੇਸ਼ਵਰ ਕਦੀ ਕਿਸੇ ਦੇ ਔਗਣ ਨਹੀਂ ਜੇ ਚਿਤਾਰਦਾ। ਹਜ਼ੂਰ ਨੇ ਇਹ ਵੀ ਕਿਹਾ ਕਿ ਰੱਬ ਖੁਦ ਜਿਹੜਾ ਉਹ ਦੇਖ ਕੇ ਅਣਡਿੱਠ ਕਰਦਾ ਹੈ। ਦਾਤਾਰ ਦੀ ਬਾਣੀ ਪੜ੍ਹਦੇ ਹਾਂ, ਮੇਰੇ ਸਤਿਗੁਰੂ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਇੱਥੋਂ ਤੱਕ ਕਿ ਮੈਂ ਉਹਦੇ ਔਗਣ ਤਾਂ ਕੀ ਉਹਨੇ ਤੱਕਣੇ ਨੇ ਸਾਡੇ। ਕਹਿੰਦੇ ਨੇ ਮੇਰਾ ਕਰਤਾ ਪੁਰਖ ਵਾਹਿਗੁਰੂ ਇੰਨੀ ਮਿਹਰ ਕਰਦਾ ਹੈ, ਕਦੀ ਉਹਦੀ ਰਸਨਾ ਤੋਂ ਕੁੜੱਤਨ ਭਰੇ ਬੋਲ ਵੀ ਨਹੀਂ ਨਿਕਲੇ। ਕਹਿੰਦੇ ਨੇ ਇੰਨਾ ਮਿਹਰਾਂ ਦਾ ਸਾਈਂ ਹੈ। ਕਈ ਵਾਰੀ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਮੈਂ ਚਿਤਾਰਨਾ ਵਾ, ਸੋਚਣਾ ਵਾ ਕਿ ਜਿੱਦਣ ਦਾ ਸੰਬੰਧ ਮੇਰਾ ਮੇਰੇ ਕਰਤੇ ਨਾਲ ਬਣਿਆ, ਮੇਰੇ ਮਾਲਕ ਨਾਲ ਬਣਿਆ, ਕੋਈ ਦਿਨ ਐਸਾ ਹੋਵੇ ਕਿ ਜਿੱਦਣ ਮੇਰੇ ਮਾਲਕ ਨੇ ਮੈਨੂੰ ਕੌੜੇ ਸ਼ਬਦ ਬੋਲੇ ਹੋਣ ਤੇ ਜਿੱਦਣ ਮੈਨੂੰ ਇਹ ਕਿਹਾ ਹੋਵੇ ਕਿ ਤੇਰੇ ਤੇ ਅੰਦਰ ਇੰਨੇ ਔਗਣ ਨੇ। ਮਹਾਰਾਜ ਕਹਿੰਦੇ ਨੇ ਉਹ ਕਦੀ ਔਗਣ ਨਹੀਂ ਦੇਖਦਾ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ ਕਿ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਸ਼ਬਦ ਭਾਵੇਂ ਆਪਾਂ ਪੜ੍ਹਨੇ ਆ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਤੇ ਅਗਲਾ ਬਚਨ ਦੇਖੋ, ਇਹ ਮੈਂ ਅਰਜ਼ ਆਰੰਭ ਵਿੱਚ ਕੀਤੀ, ਕੇਵਲ ਇਹ ਖਿਆਲ ਨਹੀਂ, ਇਹ ਹਕੀਕਤ ਹੈ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕੋੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਤੇ ਅਗਲੀ ਤੋਕੇ ਔਗਣ ਕੋ ਨਾ ਚਿਤਾਰੇ, ਦੇਖ ਕੇ ਅਣਡਿੱਠ ਪਿਆ ਕਰਦਾ। ਔਗਣ ਕੌਣ ਨਹੀਂ ਚਿਤਾਰਦਾ? ਜਿਹੜਾ ਔਗਣਾਂ ਨੂੰ ਦੇਖ ਕੇ ਅਣਡਿੱਠ ਕਰਦਾ। ਔਗਣ ਕੋ ਨਾ ਚਿਤਾਰੇ, ਉਹ ਕਦੀ ਔਗਣ ਦੇਖਦਾ ਹੀ ਨਹੀਂ। ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮੇਰੇ ਹਜ਼ੂਰ ਨੇ ਇੱਕ ਉਦਾਹਰਨ ਹੋਰ ਦਿੱਤੀ, ਤੇ ਉਦਾਹਰਨਾਂ ਦਾ ਮਤਲਬ ਇਹ ਹੁੰਦਾ ਹੈ ਕਿ ਹਕੀਕਤ ਨੂੰ ਸਮਝਣ ਵਿੱਚ ਸੁਖੈਨਤਾ ਆ ਸਕੇ। ਸਤਿਗੁਰੂ ਕਹਿੰਦੇ ਨੇ ਕਦੀ ਦੇਖੋ ਕਿ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਇਹ ਦਾਤਾਰ ਦੇ ਬਚਨ ਨੇ, ਉਹ ਕਿਵੇਂ ਦੇਖ ਕੇ ਅਣਡਿੱਠ ਕਰਦਾ ਹੈ। ਹਜ਼ੂਰ ਕਹਿੰਦੇ ਨੇ ਬੱਚਾ ਜਦੋਂ ਉਹ ਚੰਚਲ ਮੱਤ ਵਿੱਚ ਹੁੰਦਾ ਹੈ ਤੇ ਉਹ ਇੱਕ ਥਾਂ ਕਦੀ ਟਿਕ ਕੇ ਨਹੀਂ ਬਹਿੰਦਾ। ਬੱਚੇ ਦੀ ਚੰਚਲਤਾਈ ਦਾ ਸੁਭਾਅ ਹੀ ਇਹਦਾ ਇਹ ਵੇ, ਇੱਕ ਖਿੰਨ ਵਿੱਚ ਉਹ ਘਰ ਦੇ ਚਾਰ ਚੁਫੇਰੇ ਘੁੰਮਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਨੇ ਦੋ ਸ਼ਬਦ ਕਹੇ ਨੇ, ਕਹਿੰਦੇ ਨੇ ਬਲਦੀ ਹੋਵੇ ਅੱਗ, ਤੇ ਉਸ ਅੱਗ ਨੂੰ ਉਹਦੇ ਰੰਗ ਨੂੰ ਦੇਖ ਕੇ ਬੱਚਾ ਯਤਨ ਕਰਦਾ ਹੈ ਕਿ ਮੈਂ ਇਹਨੂੰ ਆਪਣੇ ਕਲਾਵੇ ਵਿੱਚ ਆਪਣੀਆਂ ਬਾਹਾਂ ਵਿੱਚ ਲੈ ਲਾਂ। ਪਰ ਹਕੀਕਤ ਵਿੱਚ ਉਸ ਬੱਚੇ ਨੂੰ ਇਹ ਨਹੀਂ ਪਤਾ ਕਿ ਜਿਹੜੀ ਅੱਗ ਨੂੰ ਮੈਂ ਰੰਗ ਸਮਝ ਕੇ ਪਕੜਨਾ ਚਾਹਨਾ, ਅਸਲ ਵਿੱਚ ਇਹ ਮੇਰੀਆਂ ਕੋਮਲ ਬਾਹਾਂ ਨੂੰ ਸਾੜ ਦੇਵੇਗੀ। ਮੇਰਾ ਮਾਲਕ ਕਦੀ ਔਗਣ ਨਹੀਂ ਚਿਤਾਰਦਾ। ਤੇ ਦੇਖ ਕੇ ਅਣਡਿੱਠ ਸਭ ਤੋਂ ਪਹਿਲਾ ਗੁਣ ਮੇਰੇ ਪ੍ਰਭੂ ਦਾ ਹੈ।
ਹਜ਼ੂਰ ਨੇ ਉੱਤੇ ਕਿਰਪਾ ਕੀਤੀ। ਕਹਿਣ ਲੱਗੇ ਅੱਗ ਨੂੰ ਰੰਗ ਦੇਖ ਕੇ ਬੱਚਾ ਅੱਗ ਨੂੰ ਕਲਾਵੇ ਵਿੱਚ ਲੈਂਦਾ ਹੈ ਤੇ ਸੱਪ ਨੂੰ ਖਿਡਾਉਣਾ ਜਾਣ ਕੇ ਉਹਦੀ ਸਿਰੀ ਤੋਂ ਪਕੜਨ ਦਾ ਯਤਨ ਕਰਦਾ ਹੈ। ਤੇ ਸਾਹਿਬ ਕਹਿੰਦੇ ਨੇ ਮਾਂ ਆਉਂਦੀ ਏ, ਪਿਤਾ ਆਉਂਦਾ ਹੈ, ਇੱਕੋ ਦਮ ਉਸ ਚੰਚਲ ਬੱਚੇ ਨੂੰ ਝਿੜਕਦੇ ਨੇ, ਉਹਨੂੰ ਖਿੱਚ ਕੇ ਪਰਾਂ ਕਰਨਗੇ। ਪਰ ਕਹਿੰਦੇ ਨੇ ਉਹ ਕੇਵਲ ਇੱਕ ਖਿਣ ਲਈ ਹੈ, ਪਰਤ ਕੇ ਉਹਨੂੰ ਕਦੀ ਇਹ ਨਹੀਂ ਚਿਤਾਰਦੇ ਕਿ ਫਲਾਣੇ ਵੇਲੇ ਤੂੰ ਅੱਗ ਵਿੱਚ ਸੜ ਲੱਗਾ ਸੀ ਤੇ ਮੈਂ ਤੈਨੂੰ ਬਚਾਇਆ ਸੀ। ਕਹਿੰਦੇ ਨੇ ਮਾਂ ਕਦੀ ਨਹੀਂ ਚਿਤਾਰੇਗੀ ਕਿ ਮੈਂ ਤੈਨੂੰ ਬੱਚੇ ਉਸ ਵੇਲੇ ਦੁੱਖ ਤੋਂ ਬਚਾਇਆ। ਉਹਦਾ ਤਾਂ ਬਿਰਧੀ ਮਾਂ ਦਾ ਐਸਾ ਹੈ ਕਿ ਜੇ ਮਾਂ ਹੀ ਔਗਣ ਦੇਖਣ ਲੱਗ ਪਵੇ ਤੇ ਬੱਚੇ ਦਾ ਸਹਾਈ ਕੌਣ ਹੋਵੇਗਾ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਪ੍ਰਭੂ ਔਗਣ ਨਹੀਂ ਚਿਤਾਰਦਾ, ਸ਼ਬਦ ਵਰਤੇ ਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ। ਦੇਖੋ ਇੱਥੇ ਦੇ ਬੱਚੇ ਦੀ ਉਦਾਹਰਨ, ਅਸੀਂ ਵੀ ਇੱਕ ਬੱਚੇ ਦੀ ਤਰ੍ਹਾਂ, ਭਾਵੇਂ ਬੰਦੇ ਦੀ ਆਰਬਲਾ ਉਮਰ ਕਿਤਨੀ ਮਰਜ਼ੀ ਹੋ ਜਾਏ, ਪਰ ਅੰਦਰ ਮਨ ਜੇ ਟਿਕਾ ਨਹੀਂ ਚੰਚਲ ਵਿੱਚ ਤੇ ਉਹ ਬੱਚੇ ਦੀ ਤਰ੍ਹਾਂ। ਤੇ ਜਿਵੇਂ ਬੱਚਾ ਅੱਗ ਨੂੰ ਪਕੜਦਾ ਤੇ ਅਸੀਂ ਯਤਨ ਕਰਨੇ ਆ ਮਾਇਆ ਦੇ ਜਿਹੜੇ ਰੰਗ ਨੇ ਨਾ, ਚਾਹੁੰਦੇ ਆ ਬੱਚੇ ਦੀ ਤਰ੍ਹਾਂ ਇਹ ਸਾਰੇ ਮੇਰੀ ਬੁੱਕਲ ਵਿੱਚ ਹੀ ਆ ਜਾਣ। ਪਰ ਇਹਨਾਂ ਪਤਾ ਨਹੀਂ ਕਿ ਇਹਨਾਂ ਨੂੰ ਹੱਥ ਲਾਇਆ ਤੇ ਇਹ ਸਾਰਨਗੇ ਵੀ। ਬਾਬਾ ਜੀ ਨੇ ਤਾਂ ਹੀ ਕਿਹਾ ਸੀ, ਫਰੀਦ ਸਾਹਿਬ ਨੇ, ਕਹਿਣ ਲੱਗੇ ਹੱਥ ਨਾ ਲਾਏ ਕੋ ਸੰਭੜੇ ਜਲ ਜਾਸੀ ਢੋਲਾ। ਕਹਿੰਦੇ ਨੇ ਮੇਰੇ ਪਿਆਰਿਆ ਅੱਗ ਬੜੀ ਸੋਹਣੀ ਹੈ, ਕੁਸੰਬੜੇ ਦਾ ਫੁੱਲ ਬੜਾ ਸੋਹਣਾ ਹੈ, ਪਰ ਹੱਥ ਨਾ ਲਾਈ, ਦੇਖ ਅੱਗ ਸਾੜ ਕੇ ਬਾਂਹ ਨੂੰ ਸੁਆਹ ਕਰ ਦੇਗੀ। ਅਸੀਂ ਬੱਚੇ ਮੇਰੇ ਪ੍ਰਭੂ, ਸਾਨੂੰ ਸਮਝ ਕੋਈ ਨਹੀਂ, ਅਸੀਂ ਅੱਗ ਨੂੰ ਕਲਾਵੇ ਵਿੱਚ ਲੈਨੇ ਆ, ਅਸੀਂ ਸੱਪ ਨੂੰ ਪਕੜਨ ਦਾ ਯਤਨ ਕਰਨੇ ਆ। ਪਰ ਮੇਰੇ ਪਿਤਾ ਤੂੰ ਇੰਨਾ ਕਿਰਪਾਲੂ ਏ, ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਥੋੜੀ ਬਾਤੀ ਕੋਈ ਰੁਕਾਵਟ ਆਵੇ, ਥੋੜਾ ਬਾਤਾ ਕੋਈ ਘਾਟਾ ਪਏ, ਇੱਕ ਗੱਲ ਚੇਤੇ ਰੱਖਿਓ, ਉਸ ਪਿਤਾ ਨੇ ਚੰਚਲ ਬੱਚੇ ਨੂੰ ਝਿੜਕ ਕੇ ਬਚਾ ਲਿਆ। ਪਤਾ ਨਹੀਂ ਇਹਨੇ ਕਿੰਨੀ ਕੁ ਵੱਡੀ ਤਬਾਹੀ ਵਾਲੇ ਪਾਸੇ ਤੁਰ ਪੈਣਾ ਸੀ। ਸਾਹਿਬ ਨੇ ਸ਼ਬਦ ਵਰਤੇ ਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਮਾਤਾ ਪਿਤਾ ਕੰਠ ਲਾਏ ਰੱਖ ਹੈ, ਆਨੰਦ ਸਹਿਜ ਤਬ ਖੇਲ ਹੈ। ਸਾਹਿਬ ਦੀ ਬਾਣੀ ਵਿੱਚੋਂ ਇਸ ਦਾ ਅਗਲਾ ਪ੍ਰਮਾਣ ਹੈ ਕਿ ਔਗਣ ਕਦੀ ਨਹੀਂ ਚਿਤਾਰਦੇ। ਹਜ਼ੂਰ ਦਾ ਇੱਕ ਬਚਨ ਆਪ ਰੋਜ਼ ਪੜ੍ਹਦੇ ਹੋ ਕਿ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੌੜ ਪਿਤਾ ਗੱਲ ਆਵੇ, ਪਿਛਲੇ ਅਵਗਣ ਬਖਸ਼ ਲੈ। ਦੇਖ ਕੇ ਅਣਡਿੱਠ ਕਰਦਾ, ਜੇ ਕਿਤੇ ਸਾਈਂ ਉਹਨਾਂ ਔਗਣਾਂ ਨੂੰ ਦੇਖ ਕੇ ਲੇਖਾ ਕਰੇ, ਕਦੀ ਇਨਸਾਨ ਛੁੱਟ ਸਕਦਾ। ਪਿਛਲੇ ਅਵਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ, ਕਦੀ ਉਹਨੂੰ ਅਰਦਾਸ ਰੂਪ ਵਿੱਚ ਪੜ੍ਹ ਕੇ ਦੇਖੋ। ਤੇ ਗੁਰਮੁਖ ਪਿਆਰੇ, ਮਹਾਂਪੁਰਸ਼ ਕਹਿੰਦੇ ਨੇ ਕਿ ਜਦੋਂ ਬਾਣੀ ਪੜੋ ਅਰਦਾਸ ਦੇ ਸ਼ਬਦ ਆ ਜਾਣ, ਕੋਈ ਜ਼ਰੂਰੀ ਨਹੀਂ ਕਿ ਮੈਂ ਫਟਾਫਟ ਇੰਨੇ ਪੰਨੇ ਪਾਠ ਕਰਕੇ ਛੱਡਣਾ। ਗੁਰਮੁਖੋ ਜਿਹੜੇ ਸਹਿਜ ਪਾਠ ਕਰਦੇ ਹੋ, ਖਾਸ ਕਰਕੇ ਜਦੋਂ ਕਿਤੇ ਅੰਮ੍ਰਿਤ ਬਚਨ ਆ ਜਾਣ, ਇਹੋ ਜਿਹੇ ਸ਼ਬਦ ਬੇਨਤੀ ਵਾਲੇ, ਉੱਥੇ ਯਤਨ ਕਰੋ ਅੰਦਰ ਨੂੰ ਇਕਾਗਰ ਕਰ ਲਈਏ, ਟੇਕ ਕੇ ਵਾਰ-ਵਾਰ ਉਸ ਸ਼ਬਦ ਨੂੰ ਪੜੋ। ਕੀ ਪਤਾ ਉਹ ਪਾਪੀ ਮਨਾ ਉਹ ਵਾਰ-ਵਾਰ ਪੜਿਆ ਹੋਇਆ ਸ਼ਬਦ ਹੀ ਤੇਰੇ ਅੰਦਰ ਦੀ ਮੈਲ ਨੂੰ ਧੋ ਦੇ। ਹਾਂ, ਇਕਾਗਰਤਾ ਪਾਠ ਕਰਦਿਆਂ ਆਵੇ ਤੇ ਉਹ ਮਨ ਨੂੰ ਧੋ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ, ਕਹਿਣ ਲੱਗੇ ਮੇਰਾ ਵਾਹਿਗੁਰੂ ਕਦੀ ਔਗਣ ਨਹੀਂ ਜੇ ਚਿਤਾਰਦਾ। ਤੇ ਸ਼ਬਦ ਪਤਾ ਹੈ ਕੀ ਵਰਤੇ? ਕਹਿਣ ਲੱਗੇ ਪ੍ਰਭੂ ਅਬ ਮੈਂ ਕੌਣ ਉਪਾਓ ਕਰੂੰ। ਕਹਿੰਦੇ ਨੇ ਮੈਨੂੰ ਦੱਸੋ ਮੈਂ ਹੀਲਾ ਵਸੀਲਾ ਕੀ ਕਰਾਂ। ਜੇ ਬਿਦ ਮਨ ਕੋ ਸੰਸਾ ਚੂਕੈ ਭਵਨਿਦ ਪਾਰ ਪਰੂੰ। ਮੇਰੇ ਮਨ ਦੇ ਸ਼ੰਕੇ, ਮੇਰੇ ਮਨ ਦੇ ਝੋਰੇ ਦੂਰ ਹੋ ਜਾਣ। ਜੇ ਬਿਦ ਮਨ ਕੋ ਸੰਸਾ ਚੂਕੈ ਭਵਨਿਦ ਪਾਰ ਪਰੂੰ। ਕਹਿੰਦੇ ਨੇ ਜੇ ਮੇਰੇ ਗੁਣ ਦੇਖੇ ਜਨਮ ਪਾਏ ਕਛ ਭਲੋ ਨਾ ਕੀਨੂ। ਜਨਮ ਤੋਂ ਲੈ ਕੇ ਜਿੰਨੀ ਆਰਬਲਾ ਮੇਰੀ ਲੰਘੀ, ਮੈਨੂੰ ਪਤਾ ਹੈ ਮੈਂ ਅੱਜ ਤੀਕਰਾਂ ਕੋਈ ਭਲੇ ਦਾ ਕੰਮ ਨਹੀਂ ਕੀਤਾ। ਵਿਸ਼ੇ ਤੋਂ ਦੂਰ ਨਾ ਜਾਇਓ, ਉਹ ਦੇਖ ਕੇ ਅਣਡਿੱਠ ਕਰਦਾ। ਕਹਿਣ ਲੱਗੇ ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਦਕ ਡਰੋਂ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ। ਇਹ ਜੀ ਸੋਚ ਧਰੋਂ ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ। ਪਸ ਜਿਉ ਉਦਰ ਭਰੋਂ ਪਰ ਕਹਿੰਦੇ ਨੇ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਤ ਤਰੋਂ। ਮੇਰੇ ਮਾਲਕਾ ਤੂੰ ਦੇਖ ਕੇ ਅਣਡਿੱਠ ਕਰਦਾ ਤਾਂ ਮੈਂ ਬਚ ਸਕਣਾ, ਨਹੀਂ ਤੇ ਮੈਂ ਔਗਣਾ ਕਰਕੇ ਤਰ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਕਿੰਨੀ ਮਿਹਰ ਸਾਡੇ ਤੇ ਕੀਤੀ। ਜਦੋਂ ਹਜ਼ੂਰ ਦਾ ਇੱਕ ਬਚਨ ਪੜ੍ਹਨੇ ਆ ਨਾ, ਆਮ ਤੌਰ ਤੇ ਸ਼ਬਦ ਕਈ ਵਾਰੀ ਤੁਸੀਂ ਸੁਣਿਆ
ਤੇ ਕਈ ਸ਼ਬਦ ਐਸੇ ਨੇ ਜਿਹੜੇ ਰੂਟੀਨ ਵਿੱਚ ਆਪਾਂ ਸੁਣਨੇ ਜ਼ਰੂਰ ਆ, ਪਰ ਕਈ ਵਾਰੀ ਮੈਂ ਕਹਿਣਾ ਵੀ ਜਿਹੜੀ ਗੱਲ ਸੁਣ ਕੇ ਅਣਸੁਣਨੀ ਕਰਨੀ ਹੈ ਉਹ ਤਾਂ ਕੰਨ ਕਰਦੇ ਨਹੀਂ, ਜਿਹੜੀ ਗੱਲ ਸੁਣ ਕੇ ਅੰਦਰ ਟਿਕਾਣੀ ਹੈ ਉਹਨੂੰ ਸੁਣ ਕੇ ਅਣਸੁਣੀ ਕਰ ਦਿੰਦੇ। ਸ਼ਬਦ ਨਿਤ ਨਵਾਂ ਹੁੰਦਾ ਹੈ, ਗੁਰੂ ਕਦੀ ਵੀ ਪੁਰਾਣਾ ਨਹੀਂ ਦਿਖਾਉਂਦਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਅਸੀਂ ਪੜ੍ਹਨੇ ਆ ਵੀ ਔਗਣ ਨਹੀਂ ਚਿਤਾਰਦਾ। ਹਜ਼ੂਰ ਦਾ ਸ਼ਬਦ ਹੁੰਦਾ ਹੈ ਕਿ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕਿੰਨੇ ਜਾਣ ਸਕਣਾ, ਕਿਸੇ ਦੀ ਹਸਤੀ ਹੈ। ਕਹਿਣ ਲੱਗੇ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ, ਕਹੇ ਨਾ ਜਾਣੀ ਅਵਗੁਣ ਮੇਰੇ, ਮੇਰੇ ਔਗਣਾਂ ਦਾ ਅੰਤ ਕੋਈ ਨਹੀਂ। ਤੇ ਇੱਕ ਕਿਰਪਾ ਮੇਰੇ ਤੇ ਕਰਦੀ ਪ੍ਰਭੂ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੂੰ ਦੇਖ ਕੇ ਆਂਦਿਤ ਕਰਨਾ। ਮੈਂ ਮੰਨਣਾ ਪਿਆ ਮੇਰੇ ਇੰਨੇ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਡੁੱਬਦੇ ਪੱਥਰ ਉਹ ਤਾਰਦਾ ਜਿਹੜਾ ਪੱਥਰ ਦੇ ਔਗਣ ਨੂੰ ਕਦੀ ਚਿਤਾਰਦਾ ਨਹੀਂ। ਗੁਰਮੁਖੋ, ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚ ਬੜਾ ਪਿਆਰਾ ਉਹਨਾਂ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਮਾਲਕ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਨਾ ਉਹ ਕਦੀ ਔਗਣ ਨਹੀਂ ਚਿਤਾਰਦਾ। ਹਜ਼ੂਰ ਦਾ ਅੰਮ੍ਰਿਤ ਬਚਨ ਹੈ ਭਾਈ ਗੁਰਦਾਸ ਜੀ ਦਾ। ਕਹਿੰਦੇ ਨੇ ਦੇਖੋ ਕਿ ਆਮ ਤੌਰ ਤੇ ਅਸੀਂ ਕਥਾ ਵਿਖਿਆਨ ਵੀ ਜਦੋਂ ਕਰਨੇ ਸ਼ਬਦ ਵਰਤਨੇ ਆ, ਕਈ ਵਾਰੀ ਸ਼ਬਦ ਐਸੇ ਵੀ ਵਰਤਨੇ ਆ ਬੰਦਾ ਡਰਨ ਵੀ ਬਹੁਤ ਲੱਗ ਪੈਂਦਾ। ਭਾਈ ਗੁਰਦਾਸ ਕਹਿੰਦੇ ਨੇ ਕਿ ਰੱਬ ਦੀਨ ਦਿਆਲ ਹੈ, ਉਹ ਇੰਨਾ ਕਿਰਪਾਲੂ ਏ। ਕਹਿੰਦੇ ਨੇ ਜਦੋਂ ਕਿਤੇ ਤੇਰੇ ਦਰ ਤੇ ਕੋਈ ਇਹ ਸ਼ਬਦ ਕਹਿੰਦਾ ਕੋਈ ਦੁਨੀਆ ਦੇ ਲੋਕੋ ਪਾਪ ਨਾ ਕਰੋ, ਇਹ ਕੋਈ ਕਹਿੰਦਾ ਵੀ ਰੱਬ ਭਗਤੀ ਨੂੰ ਪਿਆਰ ਕਰਦਾ, ਕੇਵਲ ਭਗਤਾਂ ਨੂੰ ਥਾਂ ਮਿਲਦੀ ਏ, ਤੇ ਕਹਿੰਦੇ ਨੇ ਮੇਰਾ ਮਨ ਉਸੇ ਵੇਲੇ ਬਿਲਕੁਲ ਨਿਰਾਸ਼ ਹੋ ਜਾਂਦਾ। ਕਿਉਂ ਜੀ, ਤੁਹਾਨੂੰ ਭਗਤ ਚੰਗੇ ਨਹੀਂ ਲੱਗਦੇ? ਤੇ ਭਾਈ ਗੁਰਦਾਸ ਕਹਿੰਦੇ ਨੇ ਲੱਗਦੇ ਤਾਂ ਚੰਗੇ ਨੇ, ਪਰ ਜਦੋਂ ਸੁਣਨਾ ਵੀ ਪ੍ਰਭੂ ਭਗਤ ਵਚਲ ਹੈ ਤੇ ਮਨ ਕਹਿੰਦਾ ਤੂੰ ਭਗਤੀ ਕੀਤੀ ਕਦੀ ਨਹੀਂ, ਤੈਨੂੰ ਢੋਈ ਕਿੱਥੇ ਮਿਲ ਜਾਣੀ। ਪਰ ਕਹਿੰਦੇ ਨੇ ਨਾਲ ਗੁਰੂ ਆਵਾਜ਼ ਦੇ ਕੇ ਕਹਿੰਦਾ ਹੈ ਕਿ ਕੇਵਲ ਭਗਤ ਵਚਲ ਨਹੀਂ, ਉਹ ਪਤਤ ਪਾਵਨ ਵੀ ਹੈ। ਕਹਿੰਦੇ ਨੇ ਫਿਰ ਇੱਕ ਯਕੀਨ ਵੱਜਦਾ ਮਨਾ, ਤੂੰ ਭਗਤ ਨਹੀਂ ਪਰ ਪਾਪੀ ਜ਼ਰੂਰ ਹੈ, ਰੱਬ ਤੇਰੇ ਪਾਪਾਂ ਨੂੰ ਖਤਮ ਕਰਕੇ ਤੈਨੂੰ ਪਵਿੱਤਰ ਕਰੇਗਾ। ਕਹਿੰਦੇ ਨੇ ਜਦੋਂ ਇਹ ਮੈਂ ਸ਼ਬਦ ਸੁਣਨਾ ਵਾ, ਤਵੱਜੋ ਦਿਓ ਥੋੜੀ ਜੀ ਇਕਾਗਰਤਾ ਬਣਾਇਆ ਜੇ, ਇਹ ਸ਼ਬਦ ਸੁਣਨਾ ਵਾ ਕਿ ਕਹਿੰਦੇ ਨੇ ਰੱਬ ਅੰਤਰਜਾਮੀ ਹੈ, ਤੇ ਮੇਰਾ ਮਨ ਕੰਬ ਕੇ ਕਹਿੰਦਾ ਮਨਾ ਕਾਹਦੇ ਪਰਦੇ ਪਾਈ ਫਿਰਨਾ, ਜਿੰਨਾ ਮਰਜੀ ਤੂੰ ਧਰਮੀ ਬਣੀ ਜਾ, ਰੱਬ ਤੇਰੇ ਅੰਦਰ ਦੇ ਕੁਕਰਮਾਂ ਨੂੰ ਜਾਣਦਾ ਪਿਆ। ਪਰ ਕਹਿੰਦੇ ਨੇ ਨਾਲ ਆਵਾਜ਼ ਆਉਂਦੀ ਹੈ ਜੇ ਉਹ ਅੰਤਰਜਾਮੀ ਹੈ ਤੇ ਸੱਚ ਜਾਣੀ ਉਹ ਅੰਦਰ ਜਾਣਦਾ ਹੋਇਆ ਵੀ ਪਰਦੇ ਪਾ ਦਿੰਦਾ, ਉਹ ਦੇਖ ਕੇ ਅਣਦਿੱਠ ਕਰਦਾ। ਭਾਈ ਗੁਰਦਾਸ ਕਹਿੰਦੇ ਨੇ ਅੰਦਰ ਨੂੰ ਧੀਰਜ ਆਉਂਦਾ। ਉਹਨਾਂ ਨੇ ਤੀਸਰਾ ਬਚਨ ਕਿਹਾ, ਕਹਿੰਦੇ ਨੇ ਜਦੋਂ ਮੈਂ ਇਹ ਸੁਣਨਾ ਕਿ ਜਿੰਨਾ ਮਰਜੀ ਮੀਂਹ ਪੈ ਜਾਏ ਸਿੰਬਲ ਦੇ ਰੁੱਖ ਨੂੰ ਕਦੀ ਵੀ ਫਲ ਵਿੱਚ ਰਸ ਨਹੀਂ ਭਰਦਾ, ਤੇ ਮਨ ਕਹਿੰਦਾ ਉਹ ਮਨਾ ਤੂੰ ਸਿੰਬਲ ਦੀ ਤਰ੍ਹਾਂ ਹੈ, ਦੇਖ ਜਿੰਨਾ ਮਰਜੀ ਬਾਣੀ ਤੇ ਨਾਮ ਦੀ ਵਰਖਾ ਹੋ ਜਾਏ ਤੇਰੇ ਅੰਦਰ ਕਦੀ ਵੀ ਰਸ ਨਹੀਂ ਭਰਿਆ, ਤੂੰ ਤਾਂ ਰੁੱਖਾ ਹੈ, ਤੇਰੇ ਅੰਦਰ ਰਸ ਹੀ ਕੋਈ ਨਹੀਂ। ਤੇ ਕਹਿੰਦੇ ਨੇ ਫਿਰ ਇੱਕ ਧੀਰਜ ਮਿਲਦਾ, ਚਲੋ ਕੋਈ ਨਹੀਂ, ਚੰਦਨ ਦੇ ਨੇੜੇ ਕਿਤੇ ਸਿੰਬਲ ਚਲਾ ਜਾਏ ਤੇ ਉਹਦੇ ਵਿੱਚ ਵੀ ਸੁਗੰਧੀ ਆ ਜਾਂਦੀ ਏ। ਅਖੀਰ ਤੇ ਭਾਈ ਸਾਹਿਬ ਨੇ ਜਿਹੜੇ ਬਚਨ ਕਹੇ ਕਮਾਲ ਕਰ ਦਿੱਤੀ ਕਿ ਰੱਬ ਕਿਵੇਂ ਦੇਖ ਕੇ ਆਨੰਦਿਤ ਕਰਦਾ। ਭਾਈ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ, ਕਹਿਣ ਲੱਗੇ ਭਗਤ ਵਚਲ ਸੁਨ ਖੋਤ ਹੂੰ ਨਿਰਾਸ਼ ਹਿਰਦੈ, ਪਤਤ ਪਾਵਨ ਸੁਨ ਆਸਾ ਔਰ ਧਾਰ ਹੂੰ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ, ਦੀਨ ਕੈ ਦਇਆਲ ਸੁਨ ਭੈ ਪ੍ਰਮਟਾਰ ਹੂੰ। ਤੇ ਨਾਲ ਇੱਕ ਬਚਨ ਕੀਤੋ ਨੇ, ਜਲ ਧਰ ਸੰਗਮ ਕੈ ਇਹ ਅਸੰਗ ਅਫਲ ਸੇਮਲ ਦੁਰਬ, ਚੰਦਨ ਸੰਬੰਧ ਸੁਗੰਧ ਮੈਲ ਗਾਰ ਹੂੰ। ਕਹਿੰਦੇ ਨੇ ਦਾਤਾ ਜੇ ਤੂੰ ਦੇਖ ਕੇ ਅਣਦਿੱਠ ਨਾ ਕੀਤਾ ਤੇ ਜਿਹੜੀਆਂ ਕਰਤੂਤਾਂ ਮੇਰੀਆਂ ਨੇ ਨਾ, ਲੋਕੀ ਕਹਿੰਦੇ ਨੇ ਮਾੜੇ ਕਰਮਾਂ ਵਾਲਿਆਂ ਨੂੰ ਨਰਕਾਂ ਵਿੱਚ ਢੋਈ ਮਿਲਦੀ ਹੈ, ਮੇਰੇ ਕਰਮ ਇੰਨੇ ਕੁ ਨੀਚ ਨੇ ਕਿ ਮੇਰੇ ਦਾਤਿਆ ਹੋ ਸਕਦਾ ਹੈ ਨਰਕਾਂ ਦੇ ਜੀਵ ਵੀ ਤਰਾਸ ਕਰਨ ਮੇਰੇ ਭੈੜੇ ਕਰਮਾਂ ਨੂੰ ਦੇਖ ਕੇ, ਔਗਣ ਦੇਖੇਗਾ ਤੇ ਨਰਕਾਂ ਵਿੱਚ ਵੀ ਢੋਈ ਨਹੀਂ। ਜੇ ਦੇਖ ਕੇ ਅਣਦਿੱਠ ਕਰਦਾ ਤੇ ਤੇਰਾ ਆਪਣਾ ਬਿਰਧ ਹੈ, ਸਾਈਂ ਦਾ ਆਪਣਾ ਬਿਰਧ ਦੇਖ ਕੇ ਅਣਦਿੱਠ ਕਰਨਾ ਪਰ ਕਰਨ ਬਣਾਇਆ। ਪਹਿਲੇ ਪ੍ਰਮਾਣ ਅਰਜ਼ ਕਰ ਰਹੇ, ਪ੍ਰਭੂ ਦੇਖ ਕੇ ਅਣਦਿੱਠ ਕਰਦਾ। ਤੇ ਭਾਈ ਸਾਹਿਬ ਨੇ ਸ਼ਬਦ ਵਰਤੇ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ। ਮੇਰੇ ਮਾਲਕ ਜੀ ਤੂੰ ਕਿਰਪਾ ਕਰਨਾ, ਤੂੰ ਦੇਖ ਕੇ ਅਣਦਿੱਠ ਕਰੇ, ਮੈਂ ਤਰਾਂਗਾ।
ਅਸੀਂ ਨਹੀਂ ਜੇ ਕਰਦੇ। ਮੈਂ ਅੱਗੇ ਤੁਰਨਾ ਵੀ ਸਿੱਖ ਸ਼ਬਦ ਤੇ ਆ ਕੇ ਮੈਂ ਰੁਕਣਾ ਥੋੜਾ ਜਿਹਾ ਕਿ ਮਨਾ ਤੇਰੀ ਹਾਲਤ ਕੀ ਹੈ, ਲੋਕਾਂ ਨੂੰ ਕਹਿਣਾ ਤੇ ਦੇਖ ਗੁਰੂ ਨੇ ਕਿੰਨਾ ਉੱਚਾ ਸਿਧਾਂਤ ਦਿੱਤਾ। ਪਹਿਲੀ ਗੱਲ ਪ੍ਰਭੂ ਦੇਖ ਕੇ ਆਂਦਿਤ ਕਰਦਾ ਤੇ ਇੰਨਾ ਕਿਰਪਾਲੂ ਵੇ ਜਿਹੜਾ ਸਾਈਂ ਦਾ ਕਦੀ ਵੀ ਸਿਮਰਨ ਨਾ ਕਰੇ ਰੱਬ ਉਹਨੂੰ ਵੀ ਸਵਾਸ ਦੇ ਦਿੰਦਾ ਜੇ ਕਿਤੇ ਬੰਦੇ ਦੇ ਹੱਥ ਵਿੱਚ ਹੁੰਦਾ ਤੇ ਕਦੀ ਇਹ ਖਵਾ ਨੂੰ ਉਸ ਇਨਸਾਨ ਤੱਕ ਜਾਣ ਦਿੰਦਾ। ਉਹ ਇੰਨਾ ਕਿਰਪਾਲੂ ਵੇ। ਇਹ ਵੀ ਪਤਾ ਹੈ ਵੀ ਇਹ ਬੰਦਾ ਅੱਤ ਦਾ ਅਕਿਰਤ ਕਾਣੇ। ਭਾਈ ਗੁਰਦਾਸ ਹੋਰਾਂ ਨੇ ਜਦੋਂ ਇਹ ਸ਼ਬਦ ਵਰਤੇ ਨਾ ਕਿ ਭੂਈ ਭਰੇ ਅਕਿਰਤ ਕਣ ਮੰਦੀ ਕੂ ਮੰਦੇ, ਮੈਂ ਅਕਿਰਤ ਕਣ ਦਾ ਭਾਰ ਨਹੀਂ ਸਹਿ ਸਕਦੀ। ਜਾਂ ਸ਼ਬਦ ਵਰਤੇ ਨਦਰੀ ਭਵੇ ਅਕਿਰਤ ਕਣ ਮਤ ਹੋਏ ਵਿਨਾਸ਼, ਕਹਿਣ ਲੱਗੇ ਅਕਿਰਤ ਕਣ ਨੂੰ ਕਿਤੇ ਵੀ ਢੋਈ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਗੱਲ ਚੇਤੇ ਰੱਖੀ, ਰੱਬ ਇੰਨਾ ਦਿਆਲੂ ਆ ਅਕਿਰਤ ਕਣ ਦੇ ਵੀ ਔਗਣ ਦੇ ਕੇ ਉਹਨੂੰ ਰੋਜੀ ਦੇ ਦਿੰਦਾ। ਸਾਹਿਬ ਨੇ ਸ਼ਬਦ ਵਰਤਿਆ ਅਕਿਰਤ ਘਰਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਉਹ ਮੇਰਾ ਕਿਰਪਾਲੂ ਸਦਾ ਬਖਸ਼ਿਸ਼ ਕਰਦਾ ਅਕਿਰਤ ਘਣ ਨੂੰ ਵੀ ਰੋਜੀ ਦਿੰਦਾ। ਤੇ ਗੁਰੂ ਕਲਗੀਧਰ ਜੀ ਤਾਂ ਰੋਜ਼ ਕਹਿੰਦੇ ਨੇ ਖੇ ਦੀਨ ਦਿਆਲ ਖੇ ਕਿਰਪਾਲ ਪ੍ਰਭੂ ਤੇਰਾ ਸੁਭਾਅ ਹੈ, ਕਿਹੜੀ ਚੀਜ਼ ਹੈ ਜਿਹੜੀ ਤੇਰੇ ਤੋਂ ਲੁਕੀ ਹੈ। ਇੱਥੋਂ ਤੱਕ ਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਤੇ ਕਿੰਨਾ ਕਿੰਨਾ ਦੀ ਪਹਿਚਾਨ ਹੈ, ਚੀਟੀ ਤੇ ਕੁੰਚਰ ਸਤੂਲਾਂ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾਂ। ਕੀੜੀ ਤੋਂ ਲੈ ਕੇ ਖਾਤੀ ਤੱਕ ਜਿੰਨੇ ਸਰੀਰ ਨੇ ਸਭ ਨੂੰ ਅੰਦਰੋਂ ਜਾਣਨਾ। ਪਰ ਇੱਕ ਦੇਖ ਮੇਰੇ ਦਾਤਾ ਕਿ ਤੇਰਾ ਬਿਰਧ ਹੈ ਦੀਨ ਦਿਆਲ ਦਇਆ ਨਿਧ, ਖੇਤ ਦਇਆ ਦੇ ਖਜ਼ਾਨੇ ਦੋਖਨ ਦੇਖਤ ਹੈ। ਤੂੰ ਔਗਣ ਵੀ ਤੱਕ ਨਾ ਪੈ ਪਰ ਦੇਤ ਨਾ ਹਾਰੈ, ਔਗਣ ਦੇਖ ਕੇ ਵੀ ਅਨਦਿਠ ਕਰਨਾ। ਤੇ ਜੇ ਤੂੰ ਹਿਸਾਬ ਕਿਤਾਬ ਕਰੇ ਤੇ ਰੋਜ਼ੀ ਕਿਸੇ ਨੂੰ ਨਾ ਮਿਲੇ, ਤੇਰਾ ਕਿਹੋ ਜਿਹਾ ਬਿਰਦੇ ਕਿ ਬੰਦੇ ਦੇ ਔਗਣ ਦੇਖ ਕੇ ਵੀ ਉਹਨੂੰ ਰਿਜ਼ਕ ਦੇਈ ਜਾਣਾ। ਸਭ ਤੋਂ ਪਹਿਲੀ ਗੱਲ ਇਹ ਕਿ ਰੱਬ ਆਪ ਦੇਖ ਕੇ ਅਨਦਿਠ ਕਰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਬੜੀ ਸੋਹਣੀ ਕਵਿਤਾ ਹੈ। ਮੈਂ ਉਹਨਾਂ ਦੀ ਰਚਨਾ ਵਿੱਚੋਂ ਇੱਕ ਦੋ ਬਚਨ ਆਪ ਨਾਲ ਜ਼ਰੂਰ ਅੱਜ ਸਾਂਝੇ ਕਰਨੇ ਨੇ। ਉਸ ਕਵਿਤਾ ਦਾ ਨਾਮ ਹੈ ਕਰਮ ਤੇ ਬਖਸ਼ਿਸ਼। ਕਦੀ ਪੜ੍ਹਿਓ। ਇੱਥੇ ਕਰਮ ਦਾ ਅਰਥ ਬਖਸ਼ਿਸ਼ ਨਹੀਂ ਮੰਨਣਾ, ਇੱਥੇ ਕਰਮ ਦਾ ਅਰਥ ਕੀਤੇ ਹੋਏ ਕੰਮ ਤੇ ਬਖਸ਼ਿਸ਼ ਦਾ ਅਰਥ ਰਹਿਮਤ। ਭਾਈ ਵੀਰ ਸਿੰਘ ਕਹਿੰਦੇ ਨੇ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ। ਪੰਡਿਤ ਦਾ ਅਰਥ ਉਹ ਵਿਦਵਾਨਾ ਰੋਜ਼ ਮੈਨੂੰ ਪਾਪੀ ਪਾਪੀ ਕਹਿ ਕੇ ਮਰਨ ਤੋਂ ਪਹਿਲਾਂ ਕਿਉਂ ਮਾਰੀ ਜਾਂਦਾ। ਰੱਬ ਦੇਖ ਕੇ ਆਂਦਿਤ ਕਰਦਾ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਿਕਾਈ। ਕਹਿਣ ਲੱਗਾ ਬਖਸ਼ਣ ਵਾਰਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਦੋ ਸ਼ਬਦ ਚੇਤੇ ਰੱਖੋ, ਮਿੱਤੋਂ ਬਾਹਰ ਤੇ ਮਿੱਤ ਵਿੱਚ। ਕਹਿੰਦਾ ਤੂੰ ਰੋਜ਼ ਪਾਪੀ ਪਾਪੀ ਕਹਿ ਕੇ ਮੈਨੂੰ ਜ਼ਲੀਲ ਨਾ ਕਰ। ਕਿਉਂ ਜੀ? ਕਹਿਣ ਲੱਗਾ ਮੇਰੇ ਜਿਤਨੇ ਵੀ ਕਰਮ ਨੇ ਜੇ ਮੇਰਾ ਅੰਤ ਪਾਇਆ ਜਾ ਸਕਦਾ ਹੈ ਤੇ ਮੇਰੇ ਕਰਮਾਂ ਦਾ ਵੀ ਅੰਤ ਪਾਇਆ ਜਾ ਸਕਦਾ ਹੈ। ਜੇ ਰੱਬ ਬੇਅੰਤ ਹੈ ਤੇ ਉਹਦੀ ਬਖਸ਼ਿਸ਼ ਵੀ ਬੇਅੰਤ ਹੈ। ਤਵੱਜੋ ਦਿਓ ਸ਼ਬਦ ਵੱਲ। ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਿਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਧਿਆਨ ਦਿਆ ਜੇ ਮਿੱਤ ਵਾਲੇ ਦੇ, ਮਿੱਤ ਦਾ ਅਰਥ ਜਿਹਦੀ ਮਿਣਤੀ ਹੋ ਜਾਏ, ਜਿਹਦੀ ਗਿਣਤੀ ਹੋ ਜਾਏ। ਉਹ ਜਿਹਦੇ ਸਵਾਸ ਗਿਣੇ ਨੇ, ਜਿਹਦੇ ਸਾਲ ਗਿਣੇ ਨੇ, ਜਿਹਦੀ ਉਮਰ ਗਿਣੀ ਹੈ, ਉਹ ਜਿਹਦੇ ਕਰਮ ਗਿਣੇ ਨੇ। ਜੇ ਮੇਰੇ ਕਰਮ ਗਿਣੇ ਜਾ ਸਕਦੇ ਨੇ ਤੇ ਚੇਤੇ ਰੱਖੀ ਗਿਣਿਆ ਹੋਇਆਂ ਦਾ ਅੰਤ ਵੀ ਹੋ ਸਕਦਾ ਹੈ। ਉਹਦੀ ਬਖਸ਼ਿਸ਼ ਦੀ ਕੋਈ ਗਿਣਤੀ ਨਹੀਂ। ਉਹ ਗਿਣਤੀ ਤੋਂ ਬਾਹਰ ਮੈਨੂੰ ਗਿਣਤੀ ਵਾਲੇ ਨੂੰ ਜ਼ਰੂਰ ਬਖਸ਼ੇਗਾ। ਸ਼ਬਦ ਵੈਸੇ ਕਮਾਲ ਦੇ ਸਨ। ਕਹਿਣ ਲੱਗੇ ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ। ਜਿਹੜਾ ਮਿੰਤੀ ਵਿੱਚ ਉਹਦੇ ਗਿਣਤੀ ਕਦੀ ਹੋ ਸਕਦੀ, ਪਾਪਾਂ ਦੀ ਗਿਣਤੀ ਹੋਵੇਗੀ। ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਬਖਸ਼ ਅਮਿੱਤੇ ਦੀ ਜਦ ਪਾਈ। ਕਹਿਣ ਲੱਗੇ ਮਿੱਤ ਦੇ ਕਰਮ ਉਡਾਈ। ਜਿੱਦਨ ਉਹਨੇ ਦੇਖ ਕੇ ਅਣਡਿੱਠ ਕਰ ਦਿੱਤਾ ਤੇ ਗੁਰਮੁਖਾ ਸੱਚ ਜਾਣੀ ਸਾਰੇ ਲੇਖੇ ਪਾੜ ਕੇ ਉਹਨੇ ਰਹਿਮਤ ਕਰ ਦੇਣੀ। ਸਭ ਤੋਂ ਪਹਿਲੀ ਗੱਲ ਮੈਂ ਅਰਜ਼ ਜਿਹੜੀ ਕਰਨੀ ਚਾਹੁੰਦਾ ਸਾਂ ਕਿ ਸਿੱਖ ਨੂੰ ਕਿਹੜੀ ਪਦਵੀ ਦਿੱਤੀ ਹੈ ਮੇਰੇ ਦਾਤੇ ਨੇ। ਗੁਰਮੁਖੋ ਇਕਾਗਰਤਾ ਬਖਸ਼ਿਆ ਜੇ। ਬੇਨਤੀਆਂ ਵੈਸੇ ਰੋਜ਼ ਕਰਦੇ ਨੇ ਗੁਰਮੁਖ, ਪਤਾ ਨਹੀਂ ਸਮਝ ਸਾਨੂੰ ਨਹੀਂ ਪੈਂਦੀ ਸ਼ਾਇਦ। ਤਵੱਜੋ ਬਖਸ਼ੋ, ਕਿਰਪਾ ਕਰੋ ਗੁਰਮੁਖੋ ਮੇਰੇ ਤੇ। ਸਾਹਿਬ ਨੇ ਕਿਹਾ ਪਹਿਲੀ ਗੱਲ ਪ੍ਰਭੂ ਜਿਹੜਾ ਉਹ ਦੇਖ ਕੇ ਅਣਡਿੱਠ ਕਰਦਾ ਹੈ। ਤੇ ਦੂਜਾ ਜਦੋਂ ਸ਼ਬਦ ਆਇਆ ਨਾ ਗੁਰੂ ਸਾਹਿਬ ਬਾਰੇ, ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਗੁਰੂ ਨੂੰ ਇੰਨਾ ਤੂੰ ਕਿਤੇ ਕਰੂਰ ਨਾ ਦੱਸੀ ਜਾਈਂ। ਗੁਰੂ ਬੜਾ ਬਖਸ਼ਿੰਦੀ, ਉਹ ਵੀ ਕਿਰਪਾ ਕਰਕੇ ਦੇਖ ਕੇ ਅਣਡਿੱਠ ਕਰ ਦਿੰਦਾ ਹੈ।
ਤੇ ਮਹਾਰਾਜ ਗੁਰੂ ਕਿਵੇਂ ਦੇਖ ਕੇ ਆਂਡਿਤ ਕਰਦਾ ਹੈ। ਮੇਰੇ ਧੰਨ ਗੁਰੂ ਅਰਜਨ ਸਾਹਿਬ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਕਿ ਗੁਰੂ ਦੇਖ ਕੇ ਆਂਡਿਤ ਨਹੀਂ ਕਰਦਾ। ਮੈਂ ਬਾਣੀ ਵਿੱਚੋਂ ਤੇ ਇਤਿਹਾਸ ਵਿੱਚੋਂ ਅਰਜ਼ ਕਰਨੀ ਚਾਹਨਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੁਹੇ ਪਾਪੀ ਪੜਦਾ। ਪਾਪਾਂ ਨਾਲ ਭਰਿਆ ਸਾਂ, ਦੇਖ ਕੇ ਆਂਡਿਤ ਕੀਤਾ ਤੇ ਪਰਦੇ ਪਾ ਦਿੱਤੇ। ਸਤਿਗੁਰੂ ਕਿੰਨੇ ਕੁ ਤੂੰ ਪਰਦੇ ਪਾਵੇਂ। ਉੱਥੇ ਹਜ਼ੂਰ ਨੇ ਇੱਥੋਂ ਤੱਕ ਸ਼ਬਦ ਵਰਤੇ ਨੇ, ਬਿਲਾਵਲ ਕੀ ਵਾਰ ਆਪ ਪੜਿਓ, ਅਖੀਰਲੀ ਪੌੜੀ ਦਾ ਪਾਠ ਕਰਿਓ। ਗੁਰੂ ਕਿੰਨੇ ਕੁ ਬਖਸ਼ਿੰਦ ਨੇ। ਨੇੜੇ ਹੋ ਕੇ ਦੇਖੀਏ ਤੇ ਸਹੀ। ਅਸੀਂ ਦੂਰੋਂ ਦੂਰੋਂ ਰਹਿ ਕੇ ਕਹੀ ਜਾਂਦੇ ਹਾਂ ਨਹੀਂ ਕਿ ਵੇਖੋ ਸਾਡੇ ਤੇ ਕੋਈ ਗਲਤੀ ਨਾ ਹੋ ਜਾਏ, ਸਾਡੇ ਤੋਂ ਕੋਈ ਗੁਨਾਹ ਨਾ ਹੋ ਜਾਏ। ਗੁਰਮਖੋ ਜੇ ਦੂਰ ਰਹਾਂਗੇ ਫਿਰ ਅਸੀਂ ਕਿਹੜਾ ਬ੍ਰਹਮ ਗਿਆਨੀ ਬਣ ਜਾਂ। ਨਹੀਂ, ਨੇੜੇ ਲੱਗ ਕੇ ਦੇਖੋ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਮੈਂ ਉਹ ਜਦੋਂ ਸ਼ਬਦ ਅੱਜ ਪੜ੍ਹਿਆ ਕਿ ਗੁਰੂ ਕਿੰਨਾ ਕੁ ਦੇਖ ਕੇ ਆਂਡਿਤ ਕਰਦੇ ਨੇ। ਅਸੀਂ ਕਹਾਂਗੇ ਬੰਦੇ ਨੇ ਕਿਸੇ ਨਾਲ ਧੋਖਾ ਕੀਤਾ, ਗੁਰੂ ਨੇ ਕਿਹਾ ਚੱਲ ਦੇਖ ਕੇ ਆਂਡਿਤ ਕਰਦੇ ਨੇ। ਅਸੀਂ ਕਹਾਂਗੇ ਵੀ ਕਿਸੇ ਦੀ ਨਿੰਦਿਆ ਕੀਤੀ ਤੇ ਗੁਰੂ ਜੀ ਨੇ ਕਿਹਾ ਦੇਖ ਕੇ ਆਂਡਿਤ ਕੀਤਾ। ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਨੇ ਉਹ ਗੁਰਮਖਾ ਚੇਤੇ ਰੱਖੀ, ਜਿਹੜਾ ਬੰਦਾ ਗੁਰੂ ਕਾ ਨਿੰਦਕ ਹੋਵੇ, ਆਮ ਬੰਦੇ ਦਾ ਨਿੰਦਕ ਨਹੀਂ, ਗੁਰੂ ਕਾ ਹੋਵੇ ਨਿੰਦਕ, ਤੇ ਇੱਕੋ ਦਮ ਗੁਰੂ ਦੀ ਸ਼ਰਨ ਵਿੱਚ ਆ ਕੇ ਕਹੇ ਮੈਂ ਸਾਰੀ ਜ਼ਿੰਦਗੀ ਨਿੰਦਿਆ ਕੀਤੀ ਏ, ਮੈਨੂੰ ਬਖਸ਼ ਦੇ। ਕਹਿੰਦੇ ਨੇ ਇੰਨਾ ਕਿਰਪਾਲੂ ਵੇ ਕਿਉਂਕਿ ਗੁਰੂ ਰੱਬ ਹੈ। ਰੱਬ ਤੇ ਗੁਰੂ ਵਿੱਚ ਅੰਤਰ ਨਹੀਂ ਹੋ। ਤੇ ਗੁਰਮੁਖਾ ਜੇ ਸਾਈਂ ਦੇਖ ਕੇ ਆਂਡਿਤ ਕਰਦਾ ਹੈ ਤੇ ਗੁਰੂ ਸੀਨੇ ਨਾਲ ਲਾ ਕੇ ਨਿੰਦਕ ਨੂੰ ਕੇਵਲ ਬਖਸ਼ਦਾ ਨਹੀਂ, ਉਹਨੂੰ ਆਪਣੇ ਵਰਗਾ ਪਵਿੱਤਰ ਕਰ ਲੈਂਦਾ। ਪੁੱਛਿਆ ਜੀ ਇਹ ਕੈਸੀ ਖੂਬੀ ਗੁਰੂ ਕੋਲ? ਤੇ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਜਦੋਂ ਮੀਂਹ ਪੈਂਦਾ ਹੈ ਤੇ ਗਲੀਆਂ ਦਾ ਪਾਣੀ, ਪਿੰਡਾਂ ਦੀਆਂ ਨਾਲੀਆਂ ਦਾ ਪਾਣੀ, ਟੋਬਿਆਂ ਦਾ ਪਾਣੀ ਹਰ ਬਣ ਕੇ ਤੁਰਦਾ ਹੈ। ਤੇ ਜਦੋਂ ਕਿਤੇ ਗੰਗਾ ਜਾਂ ਸਮੁੰਦਰ ਦੇ ਪਾਣੀ ਵਿੱਚ ਡਿੱਗਦਾ ਹੈ ਨਾ, ਤੇ ਉਹ ਪਾਣੀ ਜਾ ਕੇ ਕਹੇ ਵੀ ਮੈਂ ਮੈਲ ਨਾਲ ਭਰਿਆ, ਤੇ ਕਦੀ ਸਮੁੰਦਰ ਨਹੀਂ ਕਹਿੰਦਾ ਮੈਲਿਆ ਮੈਂ ਤੈਨੂੰ ਥਾਂ ਨਹੀਂ ਦੇਣੀ। ਮੈਲ ਨਾਲ ਭਰੇ ਨੂੰ ਆਉਂਦਿਆਂ ਸਾਰ ਕਹਿੰਦਾ ਤੂੰ ਆ ਤਾਂ ਸਹੀ, ਮੈਂ ਤੈਨੂੰ ਆਪਣਾ ਰੂਪ ਦੇ ਕੇ ਪਵਿੱਤਰ ਕਰ ਲਵਾਂਗਾ। ਜੇ ਨਾਲਿਆਂ, ਟੋਬਿਆਂ, ਗਲੀਆਂ ਦਾ ਮੈਲਾ ਪਾਣੀ ਪਵਿੱਤਰ ਹੋ ਸਕਦਾ, ਦੇਖੋ ਮਣਾ ਸਾਈਂ ਦੇਖ ਕੇ ਆਂਡਿਤ ਕਰਦੇ। ਹਜ਼ੂਰ ਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿਣ ਲੱਗੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਗੁਰੂ ਵੀ ਦੇਖ ਕੇ ਆਂਡਿਤ ਕਰਦੇ ਨੇ। ਫਿਰ ਸ਼ਰਨ ਗੁਰ ਆਵੇ, ਉਹ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਏ। ਕਹਿਣ ਲੱਗੇ ਪਿਛਲੇ ਗੁਨਾਹ ਬਖਸ਼ ਲੈ, ਸਤ ਸੰਗਤ ਨਾਰ ਲੜਾਵੇ। ਪਿਛਲੇ ਔਗਣ ਸਾਰੇ ਬਖਸ਼ ਦਿੱਤੇ, ਦੇਖ ਕੇ ਆਂਡਿਤ ਕਰ ਦਿੱਤਾ। ਪਿਛਲੇ ਗੁਨਾਹ ਬਖਸ਼ ਲੈ, ਸਤ ਸੰਗਤ ਨਾਰ ਲੜਾਵੇ। ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ। ਸਾਹਿਬ ਕਹਿਣ ਲੱਗੇ ਜਦੋਂ ਮੀਂਹ ਪੈਂਦਾ, ਗਲੀਆਂ ਦਾ ਪਾਣੀ, ਨਾਲਿਆਂ ਦਾ ਪਾਣੀ, ਨਦੀਆਂ ਦਾ ਪਾਣੀ, ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਆਵੇ। ਇਹ ਵਡਿਆਈ ਨਰਵੈਰ ਸਤਿਗੁਰ ਵਿੱਚ, ਧਿਆਨ ਦਿਆ ਜੇ ਦੇਖ ਕੇ ਆਂਡਿਤ ਕੀਤਾ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ, ਤ੍ਰਿਸ਼ਨਾ ਭੁੱਖ ਉਤਰੈ, ਹਰ ਸ਼ਾਂਤ ਤੜ ਆਵੇ। ਜਿਸ ਗੁਰੂ ਨੂੰ ਮਿਲ ਕੇ ਸਾਰੇ ਔਗਣ ਕੱਟੇ ਜਾਣ, ਕਿ ਗੁਰੂ ਦੇਖ ਕੇ ਆਂਡਿਤ ਨਹੀਂ ਕਰਦੇ। ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖੋ, ਬਜ਼ੁਰਗ ਬਾਪੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਕੋਲ ਦੁਨੀਆ ਭਰ ਦੀਆਂ ਗੁਪਤ ਪ੍ਰਗਟ ਤਾਕਤਾਂ ਹੱਥ ਜੋੜ ਖਲੋਤੀਆਂ ਨੇ। ਆਇਆ ਗੁਰੂ ਕਾ ਪੁੱਤਰ, ਉਹਨੇ ਆਉਂਦਿਆਂ ਸਾਰ ਧੰਨ ਗੁਰੂ ਅਮਰਦਾਸ ਜੀ ਦੇ ਸੀਨੇ ਤੇ ਵੱਟ ਕੇ ਪੂਰੇ ਜ਼ੋਰ ਨਾਲ ਖਿੱਚ ਕੇ ਲੱਤ ਮਾਰੀ। ਉਹ ਦੇਖੋ ਏਡਾ ਵੱਡਾ ਦੇਖ ਕੇ ਆਂਡਿਤ ਕਰਨ ਵਾਲਾ ਕੌਣ ਹੋਵੇਗਾ। ਲੱਤ ਵੱਜੀ ਤੇ ਆਸਣ ਤੋਂ ਡਿੱਗ ਪਏ। ਚਰਨ ਘੁੱਟ ਕੇ ਇੱਕੋ ਸ਼ਬਦ ਕਿਹਾ ਸੀ, ਮੈਂ ਬੁੱਢਾ ਵਾਂ, ਤੁਹਾਡੇ ਚਰਨ ਕੋਮਲ ਨੇ, ਮੈਨੂੰ ਕਿਰਪਾ ਕਰਕੇ ਬਖਸ਼ ਦਿਓ। ਤੁਹਾਡੇ ਚਰਨਾਂ ਦੀਆਂ ਤਲੀਆਂ ਨੂੰ ਸੱਟ ਤਾਂ ਨਹੀਂ ਲੱਗੀ। ਹੁਣ ਕਹਿਣ ਮਾਤਰ ਨਹੀਂ, ਅਜੇ ਮੈਂ ਸਿੱਖ ਤੇ ਆਉਣਾ। ਅਸੀਂ ਕੀ ਆ? ਅਸੀਂ ਨਾ ਮਤਲਬ ਤੁਸੀਂ ਨਾ ਸਮਝਿਓ, ਮੈਂ ਆਪਣੀ ਗੱਲ ਕਰ ਰਿਹਾ। ਮਣਾ ਤੂੰ ਕਿੱਥੇ ਵੇਂ? ਤੇ ਗੁਰੂ ਸਾਹਿਬ ਨੇ ਕਿੰਨੀ ਰਹਿਮਤ ਕੀਤੀ। ਚਰਨ ਪਕੜੇ, ਲੱਤ ਮਾਰਨ ਵਾਲੇ ਨੂੰ ਕਹਿੰਦੇ ਨੇ ਕੋਮਲ ਚਰਨਾਂ ਤੇ ਸੱਟ ਤਾਂ ਨਹੀਂ ਲੱਗੀ। ਗੁਰਮਖੋ ਏਦੂ ਵੱਡਾ ਦੇਖ ਕੇ ਆਂਡਿਤ ਦੀ ਪਰਿਭਾਸ਼ਾ ਕਿੱਥੋਂ ਮਿਲੇਗੀ? ਪੁੱਤਰ ਘਰ ਸਾਈਂ ਨੇ ਦਿੱਤਾ ਹੈ। ਕਈ ਸਾਲਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਅਰਦਾਸ ਤੇ ਉਹ ਪੁੱਤਰ ਦਾ ਜਨਮ ਹੋਇਆ। ਤੇ ਉਸ ਤੋਂ ਬਾਅਦ ਕਦੀ ਤੱਕੋ ਦੁਨੀਆ ਭਰ ਦੀ ਸੰਗਤ ਖੁਸ਼ ਹੈ ਗੁਰੂ ਕੀ, ਪਰ ਸਕਾ ਭਰਾ ਕਦੀ ਉਹ ਲੰਗਰ ਦੀ ਨਾਕਾਬੰਦੀ ਕਰਦਾ ਹੈ,
कदी गुरु के घर पैदा कोई पुत्र नूं जहर दिंदा है, कदी सपेरा भेजदा है, कदी ओनू दाई रही बामण रही मरवाना चाहता है। आख साडे लोग ते मनदे ही नहीं पे ना। हुण मैं कहना धन गुरु ग्रंथ साहिब कृपा करी असीं तेनू मनदे रहीए, किते ना होवे तेरे तो भी दूर भज जाण नास्तिक बंदे। गुरु ग्रंथ साहिब की बाणी विच मिलदा है कि दुष्ट ब्राह्मण मूआ होए कै सूल वाला शब्द असीं पढ़ने आ कि सूल उठिया मरिया ते असीं ओनू मनण लई तैयार नहीं। 3 वारी पुत्र ते खूनी वार होए, इन्ना कुछ होण दे बावजूद पिता जी का चलाना धन गुरु रामदास दा ते पग गुरु अर्जन देव नूं बन्नण लगे ते भरी संगत विच बिरादरी विच खो के पग उन्हां दे सिर तो ला लैनी जां पग खोणी। एडी वड्डी गल नूं देख के आंडिश जे कर सकदा ते केवल सतगुरु, गुरु भी देख के आंडिश करदा जी। उस तो अगे चलो, गुरु तां इन्ने कृपालू ने। भाई गुरदास होरां ने एक बचन कहा, कहंदे दुनिया भर दी धरती ते किते चला जाए, किसे दुकान ते जाओ, जे कहिए भी आ खोटे रुपइयां दे बदले सानू सौदा दे दिओ, कदी कोई दिंदा? औगणा नाल भरे कोई रोज गलतियां करन वाले किसे दे घर जाओ, मैं सोचना इत्थों तक कि खून दा रिश्ता भी औगणा दे भरे कोई बंदे नूं घरों बाहर कढ दिंदा, कहंदा इहनूं मूंह ना लाओ, बंदा बड़ा भैड़ा है पर भावें साडा रिश्तेदार ही। गुरु साहिब कहंदे ने, भाई गुरदास कहंदे ने, सतगुरु तू किहो जी हत्ती पाई बैठा है, तेरी खट्ठी ते इन्नी कु रहमत है, तू इन्ना देख के आंडित करना। औगणा दियां पंडा बन के लोग लियाउंदे ने ते जान लग्या औगण खोल के उन्हां दे सिर ते गुणा दियां पंडा रख दे, देख के आंडित करना है ना। भाई साहब दे बचन ने, सौदा इकत हट है शाह सतगुर पूरा, के गुरु ओ शाह है जिहड़ा कदी औगण देखदा नहीं, देख के आंडित करदा है। सौदा इकत हट है शाह सतगुर पूरा, औगण लै गुण विकणै बचनै दा सूरा, बचन दा सुरा है, औगण लै लैंदा गुण दे दिंदा। कदी पुछो गुरु किन्ना देख के आंडित करदे ने? भाई साहब ने कहा कि सतगुर गुणी निधान है, गुण कर बख्शे अवगण यारे, गुरमुखो देख के आंडित करदे ने। खजूर कृपालू धन गुरु तेग बहादुर जी निकलते पे ने। भावें हो सकता कई सज्जनों को यह शब्द ना पाण, क्योंकि गल अपने अपने टिके हुए अंदर दिए। हजूर निकले ने, मक्खन शाह ने सिर्फ यही गल कह दी भी गुरु लभ गए, गुरु लादो क्या है उन्हें, वो इन्नी खुशी नल गया, इन्नी प्रसन्नता नल गया। पर जदों गुरु तेग बहादुर सच्चे पातशाह प्रगट होए ने ते उस वेले किसी होर नहीं, अपने घर दे विचों गुरमुखो सके भतीजे धीरमल ने, बाबा गुरदिता जी के पुत्र ने बाबा धीरमल, उन्होंने शीहे मसंद दे राही गुरु तेग बहादुर सच्चे पातशाह जी के उत्ते गोली चलवाई। कुछ सज्जन कहंदे ने मत्थे नूं छूह के निकली। जदों गुरु साहब नूं गोली पे चलदी है हजूर उत्ते, ते उन्हां दी रसना तो पता शब्द की सन कि किन्ना कु देख के अनडिठ करन दी समर्था है मेरे समर्थ गुरु को। गोली चलांदे पे दुश्मन ते 3 शब्द कह सन, भले धीरमल भले जी। शब्द निकलिया धीरमल, वैगुरु तेरा भला करे, तेरे अंदर दी अग नूं शांत कर दे। कि ये देख के आंदिश नहीं, भले धीरमल भले जी, भले धीरमल धीर, बहु बार सतगुरु कहो श्रीपत गुणी गहीर। कई बारी उच्ची पुकार के क्या धीरमला तेरा रब भला करे। एदू वड्डी की रहमत के देख के आंदिश करना। गुरमुखो जदों सिखां नूं पता लगा, मक्खन शाह वर्गियां नूं पता लगा ते गए ने धीरमल नूं पकड़न दे लई, मेरे साहब धन गुरु तेग बहादुर जी ने उस व्यक्ति गल के कहन लगे, छड्ड दिओ, रुपया पैसा भी सब कुछ इन्हां नूं दे दिओ, जो कुछ है इन्हां नूं दिओ। इत्थों तक के आद श्री गुरु ग्रंथ साहिब ही दे दिता। उस वेले धीरमल दे कोल सी मक्खन शाह लैके आए ने। जदों कुछ सिखां ने कहा महाराज ओ चलाए गोली ते तुसी अगों प्यार पै कर दिओ, सब कुछ वापस मोड़ दिता, वो बंदे तां गोली दे लायक ने। हजूर ने उत्ते शब्द कहा सी, कहन लगे करनी शिमा महा तपदान। पहला वचन किया, कहंदे ने करोड़ा साल बंदा तप करे, ओनी रहमत तप करके नहीं जिन्नी रहमत किसी गुनाह नाल भरे कोई नूं खिमा करन दे विच। करनी शिमा महा तपदान, शिमा करत दैबो है दान। क्षमा कर देना इदू वड्डा दान कोई नहीं। कहन लगे क्षमा सकल तीर्थ इशनान,
जिन्ना मर्जी नहल नालो, किसी दे अवगण देख के उन्होंने खिमा कर देना, इदू वड्डा तीर्थ इशनान ही कोई नहीं। क्षमा करत नर की कल्याण, 4 वचन पहला कह लगे करनी क्षमा महा तपदान, क्षमा करने की दैबो दान, क्षमा सगल तीर्थ इशनान, क्षमा नर की करत कल्याण, कह लगे खिमा समान आन गुण नाहे, कि खिमा वर्गा कोई गुण नहीं, जाते धारो सिदक मन माए, इस करके नू प्रेम नाल मन विच टिका लो। ते की गुरु तेग बहादुर सच्चे पातशाह ने रहमतां दे साई ने देख के अनडिस नहीं कीता। मैं सिर्फ चूक मात्र चल रहा कि प्रभु तुसी भी देख के अनडिस कर दिओ, हे सतगुरु तुसी भी देख के अनडिस कर दिओ। ते सिख नू एक गल कही कि तेरी कमाई दा ध्यान धरिया जाएगा जे किते तू भी देख के अनडिस करदा। हुण थोड़ा जिहा ते रुकना चाहना, साडे मन दी बिरती की है। गुरु साहब ने बाणी विच एक बचन किया सी, कहन लगे एक गल जिंदगी विच चेते रखी, तू अपने जीवन विच गुणा दी सांझ पा के चली। जे तू अवगण इकट्ठे करदा रिहो ते मरदे दम तक अंदर मलीन हो जाएगा, पल्ले तेरे एक गुण नहीं रहना। गुणा दी सांझ पाई। बाणी विच तको कदी खजूर दा एक शब्द असीं पढ़ने आ, गुरु अर नानक साहब दे शब्द ने। आम तौर ते साडे सज्जन इन्हां नूं प्रमाण वजों बड़ी बड़ी वरतने आ कि गुना का होवै वासुला कड वास लई जै। वासुला दा अर्थ हुंदा डब्बा, कि गुणा दा भरिया सुगंधी वाला कोई डब्बा होवे, उस विचों सुगंधी लैण दा यतन कर। गुना का होवै वासुला कड वास लई जै, जे गुण होवण साजना देख के आंदित किवें करने। जे गुण होवण साजना मिल सांझ करीजै, सांझ करीजै गुना केरी छोड़ अवगण चलिए। पैरे पटंबर, हुण कई वारी असीं कहने भी इहदे अर्थ की पैरे पटंबर, पटंबर दा अर्थ हुंदा रेशम, ते रेशम लखायक है कोमलता दी ते बंदगी दी। इसे करके साहब ने बाणी विच शब्द वरते जिन पट अंदर, पट दा अर्थ भी रेशम है। कहन लगे पैरे पटंबर कर अडंबर, अपना पिड़ मलिए तू अवगण ना देखी जा। अपना पिड़ मलिए दर ते तू सिंह नहीं वकारां दा मुकाबला कर ली, अपना सोच लोकां दे अवगण ही देखी जाना। पैरे पटंबर कर अडंबर, अपना पिड़ मलिए जिथे जाए कई बईए। बड़े मुश्किल नाल ये पंक्ति कमाई जानी। बड़ी बड़ी मन नूं समझाना कांत विच मना देख इहदे तो बिना तेरा भला नहीं। जिथे जाए बईए भला कहीए, झोल अमृत पीजै, गुणा का होवै वासला कड वास लई जै। सतगुरु ने एक होर बचन कहे, कहन लगे जेड़े गुण ने ना ये सक्के भरा ने, ते अवगण जेड़े ने लोहे दीयां जंजीरां ने, जिन्हां ने केवल अवगण इकट्ठे करने ने। ते अज साडे सिख समाज दी इन्नी दुर्दशा हो चुकी है, किसे गुरुद्वारे जाओ, किसे संस्था भी जाओ, किसे बंदे नूं मिलो, इन्ने कन अक गए ने सुन सुन के। क्षमा करियो कई बारी कई गल्लां असीं कहिंदे नहीं, कथा कर ली तुरने हुंदे आ, कई बारी कई थावां ते इंडिया विच भी हुंदा है। इहो जी भैड़ी गल आके कई बारी सुणाणगे कि बंदे दा अंदर ही इक्को दम खिंड जांदा है। साडी बिरती की कदी गुरु नानक साहब दे बचन पढ़ियो ते मारू राग दा मैं शब्द आप नाल जरूर साझा करना चाहना कि देख के आंदित करने आ गुण ते अवगुणां नूं इकट्ठे करने आ। गुरु नानक साहब ने अमृत बाणी विच एक गल कही सी, कहन लगे जदों तू धर्मशाला विच आउणा कदी ये ना गिणती करी भी अवगुणां वाले किन्ने कुने। ते खिमा करियो कथा सुन तो बाद, कीर्तन सुन तो बाद जे साडा फिर भी अंदर ना टिके, टोलियां बना के एक दूजे दे अवगण ही बोलते रहिए, माफ करियो फिर देख के अनडिट करने वाली बिरती कदी नहीं आउणी। गुरु देख के अनडिट करे, रब देख के अनडिट करे, ते असीं जालम बन के चाहते हैं भी एक बारी खत्म कर दईए जिहदे विच एक भी अवगण दिसे। बाबे फरीद नूं पुछो, वो कहंदे ने विद्वान है ते गिरवान भी झाती मारिया कर। शब्द वरते जे तू अकल लतीफ काले लिख ना लेख, और लोकां दे अवगण ना देख, आप नेड़े गिरवान में सिर नीवा कर देख। बाबे कबीर नूं पुछो, वो कहंदे ने कदी तेरा मन ये मनन नूं तैयार हो जाएगा कि कबीर सब ते खम बुरे। देखो गुरु ग्रंथ साहब की बाणी पढ़ते हैं ना, गुरु साहब ने एक बचन कहा, बाबा भगत रविदास जी कहते ने मेरा शहरी कोई बनेगा, जिवें आपां रहने असीं कहने मेरे महल्ले विच भी कोई आके गुरमुख वसेगा। भगत रविदास कहते ने जिस शहर विच मैं रहना वा
ਲੋਕੋ ਦੀ ਉੱਥੋਂ ਦੀ ਲੋਕੈਲਿਟੀ ਇਹੋ ਜਿਹੀ ਜੇ, ਕਹਿੰਦੇ ਨੇ ਉੱਥੇ ਕਦੀ ਕਿਸੇ ਦੀ ਨਿੰਦਿਆ ਨਹੀਂ ਹੋਈ। ਕਿਹੋ ਜਿਹੀ ਉਹ ਪਰਮ ਅਵਸਥਾ ਹੋਵੇਗੀ। ਕਹਿੰਦੇ ਨੇ ਉੱਥੇ ਕਦੀ ਕਿਸੇ ਦੇ ਘਰ ਦੇ ਅੱਗੇ ਪਹਿਰੇ ਨਹੀਂ ਲੱਗੇ, ਉੱਥੇ ਕਦੀ ਕਿਸੇ ਟੈਕਸ ਨਹੀਂ ਲੱਗਾ। ਕਹਿੰਦੇ ਨੇ ਮੈਂ ਤੇ ਤਰਲੇ ਲੈਣਾ ਪਿਆ ਕਿ ਕੋਈ ਖਾਲਸਾ ਮਿਲੇ। ਦੇਖੋ ਤੇ ਸ਼ਬਦ ਉਹਨਾਂ ਖਾਲਸ ਵਰਤੇ ਨੇ। ਕਹਿੰਦੇ ਨੇ ਕੋਈ ਖਾਲਸਾ ਮਿਲੇ ਜਿਹੜਾ ਮੇਰੇ ਸ਼ਹਿਰ ਦਾ ਵਾਸੀ ਹੋ ਜਾਏ। ਅਸਲ ਵਿੱਚ ਖਾਲਸਾ ਤੇਰਾ ਤੇ ਰਹਿਣਾ ਸੀ ਬੇਗਮਪੁਰਾ ਸ਼ਹਿਰ ਕੋ ਨਾਉ। ਚੇਤੇ ਰੱਖੋ, ਮੀਤ ਤੇ ਹਮਸ਼ਹਿਰੀ ਹਮਸਾਇਆ ਸ਼ਬਦ ਬੜੇ ਨੇੜੇ ਨੇੜੇ ਨੇ। ਹਮਸਾਇਆ ਹਮਸ਼ਹਿਰੀ ਤੇ ਹਮਮੀਤ। ਕਹਿਣ ਲੱਗੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੈ ਠਾਓ ਨਾ ਤਸ਼ਵੀਰ। ਖਰਾਬ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੈਂ ਖੂਬ ਵਤਨ ਗਏ ਪਾਈ, ਜਿਹੜੇ ਦੇਖ ਕੇ ਅਨਡਿਠ ਕਰਦੇ ਨੇ ਇਸ ਥਾਂ ਤੇ ਰਹਿੰਦੇ। ਅਬ ਮੈਂ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ 100 ਆਹੀ। ਆਬਾਦਾਨ ਸਦਾ ਮਸ਼ਹੂਰ। ਕਹਿਣ ਲੱਗੇ ਉੱਥੇ ਗਰੀਬਾਂ ਨੂੰ ਕੋਈ ਨਹੀਂ ਲਾਟ ਮਿਲਦੇ, ਘਰ ਕੋਈ ਨਹੀਂ ਮਿਲਦੇ ਉੱਥੇ। ਅਸੀਂ ਕਹਾਂਗੇ ਵੀ ਗਰੀਬ ਕੌਣ? ਗਰੀਬ ਦਰ ਤੇ ਜਿਹੜੇ ਨਿੰਦਕ ਹੋਣਗੇ, ਗਰੀਬ ਦਰ ਤੇ ਜਿਹੜੇ ਔਗਣ ਇਕੱਠੇ ਕਰਦੇ ਹੋਣਗੇ, ਉੱਥੇ ਜਾਂਦੇ ਨੇ ਅਮੀਰ ਬੰਦੇ। ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ। ਜਿਉਂ ਜਿਉਂ ਸੈਲ ਕਰੈ ਤਿਉ ਭਾਵੈ, ਮਹਿਰਮ ਮੈਲ ਨਾ ਕੋਟ ਅਟਕਾਵੈ। ਕਹਿ ਰਵਿਦਾਸ ਖਲਾਸ ਚਮਾਰਾ ਖਾਲਸਾ। ਰਵਿਦਾਸ ਖਾਲਸਾ ਕਹਿਣ ਲੱਗੇ ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤਾ ਭਾਰਾ। ਕਬੀਰ ਨੂੰ ਪਿੱਛੋਂ ਕਹਿਣ ਲੱਗੇ ਮੇਰਾ ਮਿੱਤਰ ਕੋਈ ਬਣੇ। ਤੇ ਮਹਾਰਾਜ ਕਿਵੇਂ ਬਣੇ? ਕਹਿੰਦੇ ਮੇਰਾ ਮਿੱਤਰ ਉਹ ਬਣੇ ਜਿਹੜਾ ਕਿਸੇ ਦੇ ਔਗਣ ਨਾ ਫੋਲੇ। ਸ਼ਬਦ ਵਰਤੇ ਕਬੀਰ, ਸਭ ਤੇ ਖੰਮ ਬੁਰੇ ਜਿਨ੍ਹਾਂ ਦੇਖ ਕੇ ਅਨਡਿਠ ਕੀਤਾ। ਸਭ ਤੇ ਖੰਮ ਬੁਰੇ ਖੰਮ ਤਜ ਭੜੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਨੇ ਉਹ ਹਮ ਸ਼ਹਿਰੀ ਖਮ ਸਾਇਆ ਤੇ ਖਮ ਮੀਤ ਹੈ। ਇਹੀ ਬੰਦਾ ਜਿਹੜਾ ਦੇਖ ਕੇ ਅਨਡਿਠ ਕਰਦਾ। ਤਵੱਜੋ ਦਿਓ, ਗੁਰੂ ਨਾਨਕ ਸਾਹਿਬ ਦੇ ਸ਼ਬਦ ਵੱਲ ਆਇਓ। ਅਰਥ ਆਪ ਨਾਲ ਸਾਂਝੇ ਕਰਨੇ ਚਾਹਨਾ। ਬਸ ਇਹਦੇ ਨਾਲ ਆਪਣੇ ਮਨ ਨੂੰ ਪੁੱਛਣਾ ਮਨਾ ਕਿ ਗੁਰੂ ਨਾਨਕ ਸਾਹਿਬ ਦੇ ਬਚਨ ਤੋਂ ਕਮਾ ਰਹੇ। ਹਜ਼ੂਰ ਨੇ ਬੜੀ ਸੋਹਣੀ ਐਗਜ਼ਾਮਪਲ ਦਿੱਤੀ। ਉੱਥੇ ਸ਼ਬਦ ਆਉਂਦਾ ਮਾਰੂ ਮਹੱਲਾ ਪਹਿਲਾ, ਬਿਮਲ ਮਝਾਰ ਬਸ ਨਿਰਮਲ ਜਲ, ਪਦਮਨ ਜਾਵਲ ਰੇ। ਪਦਮਨ ਜਾਵਲ ਜਲ ਰਹਿ ਸੰਗਤ, ਸੰਗ ਦੋਖ ਨਹੀਂ ਰੇ। ਹੁਣ ਇਹਦੇ ਅਰਥ ਕੀ ਨੇ? ਬਿਮਲ ਮਝਾਰ ਬਸ ਨਿਰਮਲ ਜਲ। ਕਹਿਣ ਲੱਗੇ ਪਾਣੀ ਦਾ ਤਲਾਬ ਬਿਲਕੁਲ ਨਿਰਮਲ ਹੈ। ਜਦੋਂ ਗੁਰੂ ਕੋਲ ਆਉਣਾ, ਗੁਰੂ ਕੋਲ ਕੋਈ ਮੈਲ ਨਹੀਂ। ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰਦੁਆਰੇ ਕਿਵੇਂ ਜਾਈਏ ਜੀ, ਉੱਥੇ ਫਲਾਣਾ ਬੰਦਾ ਮੈਨੂੰ ਟੱਕਰ ਜਾਂਦਾ। ਤੇ ਜੇ ਸਾਰੀ ਜ਼ਿੰਦਗੀ ਟੱਕਰਦਾ ਰਿਹਾ ਆਪਾਂ ਤੇ ਮਰ ਜਾਾਂਗੇ ਔਗਣ ਨਾਲ ਹੀ। ਤੇ ਰੱਬ ਦੀ ਦਰਗਾਹ 'ਚ ਕੀ ਜਾ ਕੇ ਦੱਸਾਂਗੇ? ਸਾਹਿਬ ਨੇ ਕਿਹਾ ਬਿਮਲ ਮਝਾਰ ਬਸ ਨਿਰਮਲ ਜਲ, ਪਦਮਨ ਜਾਵਲ ਰੇ। ਪਦਮਨ ਦਾ ਅਰਥ ਹੁੰਦਾ ਕਮਲ ਦਾ ਫੁੱਲ, ਤੇ ਜਾਵਲ ਦਾ ਅਰਥ ਇੱਥੇ ਵੇ ਜਾਲਾ। ਹਜ਼ੂਰ ਕਹਿਣ ਲੱਗੇ ਸਰੋਵਰ ਨਿਰਮਲ ਪਾਣੀ ਨਾਲ ਭਰਿਆ, ਉਸੇ ਸਰੋਵਰ ਵਿੱਚ ਜਾਲਾ ਹੈ ਤੇ ਉਸੇ ਸਰੋਵਰ ਵਿੱਚ ਕਮਲ ਦਾ ਫੁੱਲ ਹੈ। ਦੇਖਿਓ, ਗੁਰੂ ਨਿਰਮਲ ਸਰੋਵਰ ਹੈ। ਇੱਥੇ ਉਹ ਵੀ ਲੋਕ ਆਉਣੇ ਨੇ ਜਿਹੜੇ ਜਾਲੇ ਦੀ ਬਿਰਤੀ ਵਾਲੇ ਨੇ, ਤੇ ਇੱਥੇ ਉਹ ਵੀ ਗੁਰਮੁਖ ਆਉਣੇ ਨੇ ਜਿਹੜੇ ਜਾਲੇ ਵਿੱਚ ਵੀ ਨਿਰਲੇਪ ਰਹਿਣ ਵਾਲੇ। ਤੂੰ ਹੁਣ ਜਾਲੇ ਵੱਲ ਤੱਕਣਾ ਕਿ ਫੁੱਲਾਂ ਵੱਲ ਤੱਕਣਾ? ਬਿਮਲ ਮਝਾਰ ਬਸਸ ਨਿਰਮਲ ਜਲ, ਪਦਮਨ ਜਾਵਲ ਰੇ। ਪਦਮਨ ਜਾਵਲ ਜਲ ਵੇ ਸੰਗਤ, ਸੰਗ ਦੋਖ ਨਹੀਂ ਰੇ। ਕਹਿਣ ਲੱਗੇ ਜਾਲਾ ਪਾਣੀ ਦੋਨੋਂ ਇਕੱਠੇ ਨੇ, ਕਮਲ ਦਾ ਫੁੱਲ ਦੋਨਾਂ ਵਿੱਚ ਰਹਿੰਦਾ ਹੈ। ਪਰ ਦੇਖ ਰੱਬ ਨੇ ਇੰਨੀ ਕਿਰਪਾ ਕੀਤੀ, ਕਮਲ ਦਾ ਫੁੱਲ ਜਾਲੇ ਨੂੰ ਚੀਰ ਕੇ ਆਪਣੇ ਪਿਆਰੇ ਸੂਰਜ ਵੱਲ ਧਿਆਨ ਕਰਦਾ ਹੈ। ਉਹ ਕਹਿੰਦਾ ਮੈਂ ਕੀ ਥੱਲੜਿਆਂ ਤੋਂ ਲੈਣਾ, ਮੇਰਾ ਉੱਤੇ ਪਿਆਰਾ ਹੈ। ਮੈਂ ਤਾਂ ਧਿਆਨ ਹੀ ਉੱਤਲੇ ਰੱਖਣਾ, ਮੈਨੂੰ ਥੱਲਿਆਂ ਦਾ ਪਤਾ ਹੀ ਕੋਈ ਨਹੀਂ। ਥੱਲੇ ਜਾਲਾ ਹੈ, ਥੱਲੇ ਚਿੱਕੜ ਹੈ, ਕੁਝ ਵੀ ਮੈਨੂੰ ਪਤਾ ਹੀ ਨਹੀਂ। ਕਹਿਣ ਲੱਗੇ ਦਾਦੁਰ, ਇਹ ਵੈਸੇ ਮੁਖਾਤਬ ਕੀਤਾ ਡੱਡੂ ਮਨ ਨੂੰ। ਕਹਿਣ ਲੱਗੇ ਡੱਡੂ ਮਣਾ ਚਿੱਕੜ ਖਾਣ ਵਾਲਿਆ, ਔਗਣ ਇਕੱਠੇ ਕਰਨ ਵਾਲਿਆ, ਦਾਦਰ ਤੂੰ ਕਬੈ ਨਾ ਜਾਣਸ ਰੇ। ਭਖਸ਼ ਸਵਾਲ ਸਵਾਲ ਬਸ ਨਿਰਮਲ ਜਲ। ਕਹਿਣ ਲੱਗੇ ਤੂੰ ਸਾਰਾ ਦਿਨ ਇਸ ਸਰੋਵਰ ਵਿੱਚ ਰਹਿਣਾ, ਪਰ ਕਦੀ ਤੂੰ ਇਸ ਗੱਲ ਨੂੰ ਸਮਝਿਆ ਨਹੀਂ। ਦਾਦਰ ਤੂੰ ਕਬੈ ਨਾ ਜਾਣਸ ਰੇ, ਭਗਤ ਸਮਾਲ ਬਸ ਨਿਰਮਲ ਜਲ। ਅੰਮ੍ਰਿਤ ਨਾ ਲਕਸ਼ ਰੇ। ਕਹਿੰਦੇ ਤੈਨੂੰ ਇਸ ਗੱਲ ਦੀ ਸਮਝ ਨਹੀਂ। ਇਸ ਸਰੋਵਰ ਵਿੱਚ ਰਹਿ ਕੇ ਤੂੰ ਕੇਵਲ ਜਾਲਾ ਤੇ ਚਿੱਕੜ ਖਾਈ ਜਾਣਾ। ਫਿਰ ਅਗਲੀ ਤੋਕ ਨਾ ਕਹੀ। ਕਹਿਣ ਲੱਗੇ ਜੇ ਗੁਰੂ ਕੋਲ ਆਉਣੇ ਤੇ ਭੌਰੇ ਦੀ ਤਰ੍ਹਾਂ ਆਈ। ਮਹਾਰਾਜ ਕਿਉਂ? ਕਹਿਣ ਲੱਗੇ ਵਸ ਜਲ ਨਿਤ ਨਾ ਵਸਤ ਅਲੀਅਲ, ਮੇਰ ਚਚਾ ਗੁਣ ਰੇ। ਕਹਿਣ ਲੱਗੇ ਕਮਲ ਦਾ ਫੁੱਲ ਦੇਖ ਪਾਣੀ ਵਿੱਚ ਖਲੋਤਾ ਹੈ, ਉਹਨੂੰ ਪ੍ਰੇਮ ਕਰਨ ਵਾਲਾ ਭੌਰਾ ਕਦੀ ਪਾਣੀ ਵਿੱਚ ਰਾਤ ਨਹੀਂ ਰਹਿੰਦਾ।
ਉਹ ਆਉਂਦਾ ਦੂਰੋਂ ਨੇ। ਮੇਰ ਚੱਚਾ ਗੁਣ ਰੇ ਜਿਹੜਾ ਫੁੱਲ ਦੀ ਸ਼ਿਖਰ ਹੈ ਉਹਦੇ ਤੇ ਬੈਠ ਕੇ ਰਸ ਲੈ ਕੇ ਆਪਣੇ ਘਰ ਨੂੰ ਚਲਾ ਜਾਂਦਾ। ਡੱਡੂ ਤੂੰ ਸਾਰੀ ਜ਼ਿੰਦਗੀ ਕਮਲ ਦੀਆਂ ਜੜ੍ਹਾਂ ਵਿੱਚ ਬੈਠਾ ਹੈ, ਪਰ ਬਦਕਿਸਮਤੀਏ ਤੂੰ ਗੁਣ ਕਦੀ ਸਾਂਝਾ ਕੀਤੇ, ਔਗਣ ਇਕੱਠੇ ਕੀਤੇ ਨਾ, ਗੁਣ ਤਾਂ ਇਕੱਠਾ ਕੀਤੇ ਹੀ ਕੋਈ ਨਾ। ਸਾਹਿਬ ਕਹਿੰਦੇ ਨੇ ਗੱਲ ਚੇਤੇ ਰੱਖੀ, ਚਿੱਚੜ ਦੀ ਤਰ੍ਹਾਂ ਦੇਖ ਰੱਬ ਨੇ ਅੰਮ੍ਰਿਤ ਵਿੱਚ ਅੰਮ੍ਰਿਤ ਤੇ ਖੰਡ ਮਨ ਨੂੰ ਦੁੱਧ ਵਿੱਚ ਪਾਈਏ, ਪਰ ਚਿੱਚੜ ਬਦਕਿਸਮਤ ਨੂੰ ਸਾਰੀ ਜ਼ਿੰਦਗੀ ਖੂਨ ਹੀ ਦਿਸਦਾ ਹੈ। ਉਹ ਦੁੱਧ ਦੇ ਨੇੜੇ ਰਹਿ ਕੇ ਵੀ ਖੂਨ ਪੀ ਜਾਂਦਾ ਹੈ। ਦੇਖੀ ਕਦੀ ਚਿੱਚੜ ਦੀ ਤਰ੍ਹਾਂ, ਡੱਡੂ ਦੀ ਤਰ੍ਹਾਂ ਜਾਲਾ ਨਾ ਖਾਈ, ਚਿੱਕੜ ਦੀ ਤਰ੍ਹਾਂ ਖੂਨ ਨਾ, ਵੈਗਰੂ ਚਿੱਚੜ ਦੀ ਤਰ੍ਹਾਂ ਖੂਨ ਨਾ ਪੀ ਜਾਈ। ਜੇ ਦੇਖ ਕੇ ਅਣਡਿੱਠ ਕਰਨੀ ਤੇ ਕਮਲ ਦਾ ਫੁੱਲ ਤੇ ਭਵਰੇ ਤੋਂ ਕੁਛ ਸਿੱਖਿਆ ਲੈ ਲੈ। ਹਜ਼ੂਰ ਕਹਿੰਦੇ ਨੇ ਅਸਲ ਵਿੱਚ ਜਿਹੜੇ ਦੇਖ ਕੇ ਅਣਡਿੱਠ ਕਰਦੇ ਨੇ, ਪਿਛਲੇ ਦਿਨ ਇਹ ਅਰਜ਼ ਕੀਤੀ ਸੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਸ਼ਾਇਦ ਇੱਥੇ ਵੀ ਅਰਜ਼ ਕੀਤੀ ਸੀ, ਰੱਬ ਮਿਹਰ ਕਰੇ ਵਿਦਵਾਨ ਏ ਤੇ ਘੱਟ ਗਿਆਨ ਵਾਲੇ ਦੇ ਔਗਣ ਦੇਖ ਕੇ ਪਰਦੇ ਪਾ, ਅਮੀਰ ਏ ਤੇ ਘੱਟ ਮਾਇਆ ਵਾਲਾ ਦੇਖ ਕੇ ਉਹਦੇ ਤੇ ਪਰਦੇ ਪਾ। ਜੇ ਰੱਬ ਨੇ ਤੈਨੂੰ ਬੰਦਗੀ ਦਿੱਤੀ, ਜਿਹੜਾ ਪਾਪੀ ਉਹਦੇ ਉੱਤੇ ਵੀ ਪਰਦੇ ਪਾ, ਕਿਉਂਕਿ ਸਾਈਂ ਮੇਰਾ ਜਿਹੜਾ ਉਹ ਪਰਦੇ ਪਾਉਂਦਾ ਹੁੰਦੇ। ਤੇ ਜਿਹੜੇ ਗੁਰਮੁਖ ਜੀਵਨ ਕਮਾਉਂਦੇ ਨੇ ਉਹਨਾਂ ਦੀਆਂ ਗੱਲਾਂ ਹੀ ਕੁਝ ਹੋਰ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ, ਮੈਂ ਦੋ ਕੁ ਇਤਿਹਾਸ ਵਿੱਚੋਂ ਉਦਾਹਰਨਾਂ ਦੇਣੀਆਂ ਚਾਹਨਾ ਕਿ ਜਿਨ੍ਹਾਂ ਲੋਕਾਂ ਨੇ ਦੇਖ ਕੇ ਅਣਡਿੱਠ ਕੀਤਾ। ਭਾਈ ਸੰਤੋਖ ਸਿੰਘ ਵਰਗੇ ਉਹਦੇ ਪਾਏ ਦਾ ਕੋਈ ਕਵੀ ਸਹਿਜ ਸਿੱਖਾਂ ਵਿੱਚ ਹੋਵੇ, ਪਰ ਆਪਾਂ ਤਾਂ ਉਸ ਵਿਚਾਰੇ ਦੀ ਵੀ ਦੁਰਦਸ਼ਾ ਕੀਤੀ ਪਈ ਹੈ। ਇੱਥੋਂ ਤੱਕ ਆਪਣੇ ਗ੍ਰੰਥ ਵਿੱਚੋਂ ਲਿਖ ਕੇ ਗਏ ਨੇ, ਗੁਰੂ ਨਾਨਕ ਪ੍ਰਕਾਸ਼ ਵਿੱਚ। ਕਿਸੇ ਦਿਨ ਯਤਨ ਕਰਾਂਗਾ, ਜੇ ਸਮਾਂ ਮਿਲਿਆ ਪੂਰਾ ਜੀਵਨ ਭਾਈ ਸਾਹਿਬ ਦਾ ਸਾਂਝਾ ਕਰਾਂ। ਕਹਿਣ ਲੱਗੇ ਜੋ ਕੁਝ ਮੈਂ ਲਿਖ ਚੱਲਿਆ ਬਿਲਕੁਲ ਨਾ ਸੱਚੀ, ਹਰ ਲਫ਼ਜ਼ ਜਿਹੜਾ ਉਹ ਸੱਚ ਹੈ। ਕਹਿਣ ਲੱਗੇ ਇਹਦੇ ਵਿੱਚ ਬੜੀਆਂ ਘਾਟਾਂ ਨਹੀਂ, ਜਿੱਥੇ ਤੈਨੂੰ ਘਾਟ ਲੱਗੇ ਉਸ ਕਵਿਤਾ ਨੂੰ, ਉਸ ਛੰਦ ਨੂੰ ਕੱਟ ਕੇ ਗੁਰੂ ਆਸ਼ੇ ਅਨੁਸਾਰ ਫਿੱਟ ਕਰ ਲਈ। ਅਸੀਂ ਕਲਮ ਚੁੱਕ ਕੇ ਆਲੋਚਨਾ ਤਾਂ ਕੀਤੀ, ਪਰ ਉਹ ਸਵਾਦ ਤਾਂ ਸੀ ਉਹਦੇ ਗ੍ਰੰਥ ਦੀ ਕੋਈ ਸੁਧਾਈ ਕਰ ਲੈਂਦਾ। ਏਡੀ ਵੱਡੀ ਕਵਿਤਾ ਕਿਹੜਾ ਉਚਾਰੇਗਾ? ਇੱਥੋਂ ਤੱਕ ਉਹ ਬੰਦਾ ਚੱਲਦਿਆਂ ਫਿਰਦਿਆਂ ਤੁਸੀਂ ਜਾ ਕੇ ਮਿਲੋ। ਭਾਈ ਸਾਹਿਬ ਵੀਰ ਸਿੰਘ ਹੋਰੀ ਲਿਖਦੇ ਨੇ, ਉਹਨੂੰ ਜਾ ਕੇ ਮਿਲੋ ਤੇ ਜੇ ਕਹੋ ਵੀ ਆਹ ਮੇਰਾ ਪਰਿਵਾਰ ਹੈ, ਆਹ ਮੇਰਾ ਪੁੱਤਰ, ਆਹ ਮੇਰੀ ਧੀ, ਇਹਨਾਂ ਦਾ ਆਹ ਸੁਭਾਅ ਹੈ। ਭਾਈ ਸਾਹਿਬ ਕਹਿੰਦੇ ਸੀ ਇੱਕ ਖਿਣ ਖਲੋ ਜਾ, ਮੈਂ ਤੇਰੇ ਪਰਿਵਾਰ ਦੀ ਕਵਿਤਾ ਦੱਸ, ਬ੍ਰਿਜ ਭਾਸ਼ਾ ਵਿੱਚ ਉਚਾਰਾਂ, ਸੰਸਕ੍ਰਿਤੀ ਵਿੱਚ ਉਚਾਰਾਂ, ਹਿੰਦਵੀ ਵਿੱਚ ਲਿਖਾਂ, ਅਰਬੀ ਜਾਂ ਫਾਰਸੀ ਤੱਕ ਦੇ ਉਹ ਮਾਹਰ ਵਿਦਵਾਨ। ਕਹਿਣ ਲੱਗੇ ਬੋਲ ਕਿਹੜੀ ਤੈਨੂੰ ਕਵਿਤਾ ਚਾਹੀਦੀ? ਉਹਨਾਂ ਨੇ ਜਦੋਂ ਕੈਥਲ ਰਹਿੰਦੇ ਨੇ ਦੇਖ ਕੇ ਅਣਡਿੱਠ ਕਰੋ ਮਨਾ। ਆਇਆ ਮਹਾਨ ਵਿਦਵਾਨ ਪੰਡਿਤ ਦਿਗ ਵਿਜਈ, ਜਿਹਨੇ ਕਈ ਲੋਕਾਂ ਨੂੰ ਜਿੱਤਿਆ। ਆ ਕੇ ਉਹ ਕਹਿੰਦਾ ਮੈਂ ਸੁਣਿਆ ਤੁਹਾਡੇ ਕੋਲ ਇੱਕ ਸਿੱਖ ਵਿਦਵਾਨ ਹੈ ਜਿਹਦੀ ਬੜੀ ਧਾਂ ਕੇ ਚਾਰ ਚੁਫੇਰੇ, ਮੈਂ ਉਹਦੇ ਨਾਲ ਚਰਚਾ ਕਰਨੀ। ਰਾਜਾ ਉਦੈ ਸਿੰਘ ਕਹਿੰਦੇ ਨੇ ਕਿਉਂ ਨਹੀਂ? ਕਵੀ ਜੀ ਨੂੰ ਬੁਲਾਇਆ। ਕਹਿਣ ਲੱਗੇ ਸਵੇਰੇ ਪੰਡਿਤ ਜੀ ਇੱਕ ਆਏ ਨੇ, ਮਹਾਨ ਵਿਦਵਾਨ ਸਨ, ਚੇਲੇ ਉਹਦੇ ਬੜੇ ਨਾਲ, ਉਹਨਾਂ ਨਾਲ ਚਰਚਾ ਕਰਨੀ। ਭਾਈ ਸੰਤੋਖ ਸਿੰਘ ਕਹਿੰਦੇ ਨੇ ਜੀ ਸਦਕੇ, ਪਰ ਰਾਤ ਮੈਨੂੰ ਇੱਕ ਵਾਰੀ ਮਿਲਾ ਦਿਓਗੇ ਸ਼ਾਮ ਨੂੰ? ਕਹਿਣ ਲੱਗੇ ਕਿਉਂ ਨਹੀਂ? ਪੰਡਿਤ ਜੀ ਆਏ। ਕਵੀ ਸੰਤੋਖ ਸਿੰਘ ਉਹਨਾਂ ਦਾ ਬਾਣਾ ਬੜਾ ਸਾਦਾ ਸੀ। ਦੇਖਿਆ ਪੰਡਿਤ ਜੀ ਨੇ ਕੀ ਕੀਤਾ ਵੀ ਸਵਾਲ ਜਵਾਬ ਥੋੜੇ ਬਾਤੇ ਹੋਏ। ਕਵੀ ਜੀ ਨੇ 25 ਮੋਹਰਾਂ ਕੰਗਣ ਸੋਨੇ ਦੇ ਤੇ ਆਪਣੇ ਕੋਲੋਂ ਕੀਮਤੀ ਇੱਕ ਕਪੜਾ ਦੇ ਕੇ ਤੁਸਾ। ਕਹਿਣ ਲੱਗੇ ਪੰਡਿਤ ਜੀ ਖਿਮਾ ਕਰਿਓ, ਮੈਂ ਸਵੇਰੇ ਤੁਹਾਡੇ ਨਾਲ ਚਰਚਾ ਨਹੀਂ ਕਰਨੀ। ਹੁਣ ਉਹਨੇ ਸਮਝਿਆ ਵੀ ਇਹਦੇ ਪੱਲੇ ਕੁਝ ਹੈ ਨਹੀਂ। ਉਹ ਸ਼ਾਮ ਨੂੰ ਰਾਜਾ ਉਦੈ ਸਿੰਘ ਨੂੰ ਮਿਲਿਆ। ਕਹਿਣ ਲੱਗਾ ਹੱਸ ਕੇ, ਹੰਕਾਰ ਦਾ ਹਾਸਾ, ਕਹਿਣ ਲੱਗਾ ਵੀ ਮੇਰੇ ਨਾਲ ਤੁਹਾਡਾ ਕਵੀ ਚਰਚਾ ਨਹੀਂ ਕਰ ਸਕਦਾ। ਦੇਖੋ 25 ਮੋਹਰਾਂ ਆ ਸੋਨੇ ਦੇ ਕੰਗਣ ਤੇ ਗਰਮ ਕੱਪੜਾ ਮੈਨੂੰ ਉਹਨੇ ਦੇ ਦਿੱਤਾ। ਰਾਜਾ ਉਦੈ ਸਿੰਘ ਨੂੰ ਬੜਾ ਖੇਦ ਲੱਗਾ। ਕਵੀ ਸੰਤੋਖ ਸਿੰਘ ਜੀ ਕੋਲ ਗਏ। ਕਹਿਣ ਲੱਗੇ ਕਵੀ ਸਾਹਿਬ ਨੂੰ ਕਿ ਕੀ ਤੁਸੀਂ ਉਹਦੀ ਚਰਚਾ ਤੋਂ ਡਰ ਗਏ ਹੋ? ਕਹਿਣ ਲੱਗੇ ਨਹੀਂ। ਉਹ ਆਖਦੇ ਨੇ ਉਹ ਤੇ ਲੋਕਾਂ ਸਾਹਮਣੇ ਕਹਿ ਰਿਹਾ ਵੀ ਮੇਰੇ ਤੋਂ ਡਰਦਿਆਂ ਉਹਨਾਂ ਨੇ ਸੋਨੇ ਦੀਆਂ ਮੋਹਰਾਂ, ਰੁਪਈਏ, ਆ ਸਭ ਕੁਝ ਮੈਨੂੰ ਦੇ ਦਿੱਤਾ। ਕਵੀ ਜੀ ਹੱਸ ਪਏ। ਕਹਿਣ ਲੱਗੇ ਉਸਨੂੰ ਸਮਝ ਹੀ ਨਹੀਂ ਪਈ ਮੇਰਾ ਅੰਦਰ ਕੀ। ਕਹਿਣ ਲੱਗੇ ਚਲੋ ਸਵੇਰੇ ਚਰਚਾ ਹੋਵੇਗੀ। ਸਵੇਰੇ ਦਰਬਾਰ ਸਜਿਆ, ਬੜੇ ਬੜੇ ਮਹਾਨ ਵਿਦਵਾਨ ਪੰਡਿਤ ਆਏ। ਕਵੀ ਜੀ ਨੇ ਮਿੰਟ 10 ਨਹੀਂ ਲਾਏ, ਚਿੱਤ ਕਰਕੇ ਰੱਖ ਦਿੱਤਾ। ਜਦੋਂ ਕਵੀ ਜੀ ਜਿੱਤੇ, ਜੈ ਜੈਕਾਰ ਹੋਣ ਲੱਗੀ ਤੇ ਕਵੀ ਜੀ ਨੇ ਉੱਥੇ ਸਾਰੀ ਸਭਾ ਨੂੰ ਮੁਖਾਤਬ ਕਰਕੇ ਕਿਹਾ ਮੈਂ ਵਿਦਵਾਨ ਜ਼ਰੂਰ ਹਾਂ, ਕਵਿਤਾ ਦਾ ਰਸ ਮੈਨੂੰ ਰੱਬ ਨੇ ਦਿੱਤਾ ਹੈ, ਕਲਮ ਮੇਰੀ ਨੂੰ ਤਾਕਤ ਦਿੱਤੀ ਹੈ, ਸਾਰੇ ਗੁਣਾਂ ਨੂੰ ਛੱਡ ਕੇ ਪਹਿਲਾਂ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਉਹਨਾਂ ਪੁੱਛਿਆ ਜੀ ਕਿਉਂ?
ਕਹਿੰਦਾ ਸਿੱਖ ਕਦੀ ਵੀ ਭਰੀ ਸਭਾ ਵਿੱਚ ਕਿਸੇ ਦੀ ਬੇਇੱਜ਼ਤੀ ਨਹੀਂ ਕਰਦਾ। ਕਹਿੰਦਾ ਮੈਨੂੰ ਪਤਾ ਸੀ, ਮੈਂ ਰਾਤ ਮਿਲਿਆ ਸਾਂ ਵੀ ਇਸ ਬੰਦੇ ਨੇ ਹਾਰ ਜਾਣਾ, ਇਹਦੇ ਪੱਲੇ ਕੁਝ ਨਹੀਂ, ਪਰ ਮੈਂ ਚਾਹੁੰਦਾ ਸਾਂ ਮਣਾ ਤੇਰੀ ਖੌਮੇ ਨਾ ਵਧੇ, ਇਹਦੀ ਬੇਇੱਜ਼ਤੀ ਨਾ ਹੋਵੇ, ਰੁਪਈਏ ਦੇ ਕੇ ਮੈਂ ਇੱਜ਼ਤ ਨਾਲ ਇਹਨੂੰ ਤੋਰ ਦਿਆਂ। ਮੈਨੂੰ ਖੇਦ ਹੈ ਅੱਜ ਮੈਂ ਭਰੀ ਸਭਾ ਵਿੱਚ ਇੱਕ ਬੰਦੇ ਨੂੰ ਹਰਾ ਦਿੱਤਾ। ਦੇਖੋ ਕੀ ਇਹ ਦੇਖ ਕੇ ਅਣਦੇਖ ਕਰਨ ਵਾਲੇ ਗੁਰੂ ਕੇ ਲਾਲ ਨੇ, ਜਿਨ੍ਹਾਂ ਨੂੰ ਦਾਤੇ ਨੇ ਇੰਨੀ ਕਿਰਪਾ ਕੀਤੀ। ਸੇਵਾ ਪੰਥੀ ਮਹਾਂਪੁਰਸ਼ ਪੜੋ, ਧਰਮਦਾਸ ਮਹਾਂਪੁਰਸ਼, ਉਹਨਾਂ ਦਰਵੇਸ਼ਾਂ ਦਾ ਜ਼ਿੰਦਗੀ ਕੀ ਸੀ ਜਿਨ੍ਹਾਂ ਦੇ ਆਸਰੇ ਸਿੱਖੀ ਦੀ ਖੇਡ ਖਲੋਤੀ ਸੀ। ਧਰਮਦਾਸ ਜੀ ਉਦਾਸੀ ਆਪਣਾ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ। ਉਹ ਬੜੇ ਸੁਖੈਨ ਤਰੀਕੇ ਨਾਲ ਗੁਰਮਤ ਨੂੰ ਹੱਲ ਕਰਦੇ ਸਨ। ਇੱਕ ਵਾਰੀ ਕਹਿੰਦੇ ਨੇ ਕੋਈ ਨਾਸਤਕ ਬੰਦਾ ਉਹਨਾਂ ਦੇ ਕੋਲ ਆਇਆ, ਕਈ ਦਿਨੋਂ ਬੈਠਾ, ਉਹ ਇਹ ਪ੍ਰਚਾਰ ਕਰੀ ਜਾਏ ਵੀ ਆ ਜੋ ਕੁਝ ਹੈ ਇਹਦੇ ਪਿੱਛੇ ਰੱਬ ਰੁੱਬ ਕੋਈ ਨਹੀਂ, ਲੋਕੀ ਮੂਰਖਾਂ ਦਾ ਟੋਲਾ ਐਵੇਂ ਮੰਨੀ ਜਾਂਦਾ। ਭਾਈ ਧਰਮਦਾਸ ਜੀ ਸੁਣੀ ਗਏ। ਇੱਕ ਦਿਨ ਬੜੀ ਸਦਾ ਭਰੀ ਤੇ ਉਹ ਸੱਜਣ ਬੈਠਾ ਦਲੀਲਾ ਦਈ ਜਾਏ, ਇੰਨੇ ਦਾਸ ਨੇ ਇੰਨੇ ਚਿਰ ਨੂੰ ਭਾਈ ਧਰਮਦਾਸ ਜੀ ਦਾ ਇੱਕ ਸੇਵਕ ਆਇਆ, ਉਹਨੂੰ ਗੱਲ ਸਮਝਾਈ ਵੀ ਤੂੰ ਆਉਂਦਿਆਂ ਸਾਰੇ ਸ਼ਬਦ ਕਹਿਣੇ ਨੇ ਕਿ ਅੱਜ ਮੈਂ ਦਰਿਆ ਪਾਰ ਕਰਕੇ ਆਇਆ ਤੇ ਜਿਸ ਬੇੜੀ ਵਿੱਚ ਮੈਂ ਬਹਿ ਕੇ ਆਇਆ ਉਹਦੇ ਵਿੱਚ ਮਲਾਹ ਹੀ ਕੋਈ ਨਹੀਂ ਸੀ, ਆਪਣੇ ਆਪ ਮਲਾਹ ਤੋਂ ਬਿਨਾਂ ਬੇੜੀ ਚੱਲਦੀ ਸੀ। ਉਹ ਨਾਸਤਕ ਦੀ ਕੋਲ ਬੈਠਾ ਤੇ ਕੋਲ ਆਉਂਦਿਆਂ ਸਾਰ ਉਹ ਸੇਵਕ ਕਹਿੰਦਾ, ਬਾਬਾ ਜੀ ਕਿ ਮਹਾਂਪੁਰਸ਼ੋ ਅੱਜ ਮੈਂ ਜਿਸ ਬੇੜੀ ਵਿੱਚ ਦਰਿਆ ਪਾਰ ਕੀਤਾ ਉਸ ਬੇੜੀ ਵਿੱਚ ਮਲਾਹ ਕੋਈ ਨਹੀਂ ਸੀ, ਉਹ ਬੇੜੀ ਬਿਨਾਂ ਮਲਾਹ ਤੋਂ ਹੀ ਆਰ ਪਾਰ ਕਰੀ ਜਾਂਦੀ ਏ। ਉਹ ਨਾਸਤਕ ਬੋਲਿਆ, ਕਹਿੰਦਾ ਖਬਰਦਾਰ ਚੁੱਪ ਕਰ, ਕਹਿੰਦਾ ਮੈਂ ਨਹੀਂ ਮੰਨਦਾ, ਇਹ ਕਿਵੇਂ ਹੋ ਸਕਦਾ ਹੈ? ਤੇ ਬਾਬਾ ਧਰਮਦਾਸ ਮਹਾਂਪੁਰਸ਼ ਬੋਲ ਕੇ ਕਹਿੰਦੇ ਤੂੰ ਨਹੀਂ ਮੰਨਦਾ, ਮੈਂ ਮੰਨਣਾ ਹੋ ਸਕਦਾ। ਕਹਿੰਦਾ ਵੀ ਤੂੰ ਕਿਉਂ ਨਹੀਂ ਮੰਨਦਾ? ਨਾਸਤਕ ਕਹਿੰਦਾ ਮੈਂ ਇਸ ਕਰਕੇ ਨਹੀਂ ਮੰਨਦਾ ਵੀ ਕਦੀ ਹੋ ਹੀ ਨਹੀਂ ਸਕਦਾ ਕਿ ਬੇੜੀ ਵਿੱਚ ਬੰਦੇ ਬੈਠੇ ਹੋਣ ਤੇ ਬਿਨਾਂ ਮਲਾਹ ਤੋਂ ਬੇੜੀ ਪਾਰ ਹੋਵੇ। ਕਹਿਣ ਲੱਗੇ ਹੁਣ ਆਪਣੀ ਗੱਲ ਤੇ ਕਾਇਮ ਰਹੀ। ਕਹਿੰਦਾ ਹਾਂ ਮੈਂ ਬਿਲਕੁਲ ਕਾਇਮ ਆ, ਬਿਨਾਂ ਮਲਾਹ ਤੋਂ ਬੇੜੀ ਚੱਲ ਹੀ ਨਹੀਂ ਸਕਦੀ। ਉਹ ਕਹਿੰਦਾ ਜੇ 10 ਬੰਦੇ 20 ਬੰਦੇ ਬੇੜੀ ਵਿੱਚ ਬੈਠੇ ਹੋਣ ਉਹ ਬਿਨਾਂ ਮਲਾਹ ਤੋਂ ਨਹੀਂ ਚੱਲਦੀ। ਜਿਹਨੇ ਕਰੋੜਾਂ ਬ੍ਰਹਿਮੰਡ ਸਾਜੇ ਨੇ ਰੱਬ ਤੋਂ ਬਿਨਾਂ ਚੱਲ ਸਕਦੇ ਨੇ? ਕੀ ਉਹਦੇ ਤੋਂ ਬਿਨਾਂ ਚੱਲਣਗੇ? ਚੁੱਪ ਕਰਕੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗੇ ਹੁਜਤ ਛੱਡ ਕੇ ਰੱਬ ਰੱਬ ਕਰਿਆ ਕਰ। ਮੈਂ ਜਿਹੜੀ ਅਰਜ਼ ਕਰਨਾ, ਜਿਹੜੇ ਦੇਖ ਕੇ ਅੰਦਿਤ ਕਰਦੇ ਨੇ ਉਦਾਸੀ, ਉਹ ਸੇਵਾ ਪੰਥੀ ਮਹਾਂਪੁਰਸ਼ ਉਦਾਸੀ ਨਿਰਮਲੇ, ਬੜਾ ਵੱਡਾ ਯੋਗਦਾਨ ਸੀ ਕਦੀ ਸਿੱਖੀ ਵਿੱਚ ਇਹਨਾਂ ਦਾ। ਅੱਜ ਭਾਵੇਂ ਉਹ ਵੱਖਰਾ ਰਸਤਾ ਕੋਈ ਸੱਜਣ ਸੰਪਰਦਾਵਾਂ ਅਖਤਿਆਰ ਕਰ ਗਈਆਂ। ਉਸ ਵੇਲੇ ਕਹਿੰਦੇ ਨੇ ਇੱਕ ਸਾਧੂ ਆਇਆ ਇਹਨਾਂ ਕੋਲ, ਡੇਰੇ ਕਿਸੇ ਤੇ ਰਹਿੰਦਾ ਸੀ, ਸੇਵਾ ਪੰਥੀ ਹੋਈ ਸੀ, ਉਹਦੀ ਬੜੀ ਆਓ ਭਗਤ ਕਰਨੀ। ਤੇ ਇਹ ਉਹ ਸਾਧੂ ਨਹੀਂ ਸਨ, ਖਿਮਾ ਕਰਿਓ, ਜਿਹੜੇ ਅੱਜ ਦੇ ਆਪਾਂ ਦੇਖਨੇ ਆ, ਅੱਗੇ ਪਿੱਛੇ ਚੇਲੇ, ਅੱਗੇ ਪਿੱਛੇ ਬੰਦਿਆਂ ਦਾ ਕਾਫਲਾ। ਤੇ ਫਿਰ ਅਸੀਂ ਪੁਲ ਬੜੇ ਬਾਨੇ ਤੇ ਮੈਂ ਉੱਥੇ ਵੀ ਸੁਣੋ ਜੇ ਵੀ ਇਹ ਕਰਜ ਕਰਕੇ ਆਇਆ, ਕੋਈ ਕਥਾ ਕਰੇ ਕੀਰਤਨ ਕਰੇ, ਐਵੇਂ ਨਾ ਸ਼ਬਦ ਚੁਣੀ ਜਾਈਏ। ਮਹਾਨ ਮਹਾਨ ਕੇਵਲ ਰੱਬ ਤੇ ਗੁਰੂ ਹੁੰਦਾ ਹੈ। ਸਾਈਂ ਨਿਰੰਕਾਰ ਹੈ ਜਿਹੜਾ ਤੋਰਦਾ ਪਿਆ ਵੀ ਤੂੰ ਬੰਦਿਆ ਬੋਲ ਕੁਛ। ਬੰਦੇ ਦੀ ਕੀ ਹਸਤੀ, ਇਹਦੀ ਮੱਤ ਮਾਰੀ ਜੇ ਸ਼ਾਮ ਤੋਂ ਪਹਿਲਾਂ ਹੀ ਬੇਇੱਜ਼ਤ ਹੋ ਸਕਦਾ। ਇਹ ਦਾਤਾ ਮਿਹਰ ਕਰੇ ਤੇ ਤਾਂ ਹੈ ਨਾ। ਉਹ ਦੇਖੋ ਸੇਵਾ ਪੰਥੀ ਮਹਾਂਪੁਰਸ਼ ਉਹਨਾਂ ਕੋਲ ਸਾਧੂ ਭੇਜਿਆ, ਬੜੀ ਸੇਵਾ ਕੀਤੀ, ਹੱਥੀਂ ਭਾਂਡੇ ਮਾਂਜਦੇ ਸਨ, ਹੱਥੀਂ ਲੰਗਰ ਬਣਾਉਂਦੇ ਸਨ, ਆਇਆਂ ਨੂੰ ਲੰਗਰ ਛਕਾਉਂਦੇ ਸਨ। ਤੇ ਜਦੋਂ ਸਾਧੂ 5-4 ਦਿਨ ਰਿਹਾ ਤੇ ਜਿੱਥੇ ਰਹਿ ਕੇ ਆਇਆ ਸੀ ਉੱਥੋਂ ਪਿੱਛੋਂ ਚਿੱਠੀ ਆ ਗਈ ਵੀ ਜਿਹੜਾ ਤੁਹਾਡੇ ਕੋਲ ਸਾਧੂ ਆਇਆ ਜਿਹਦੀ ਸੇਵਾ ਕਰਦੇ ਉਹਦੇ ਕੋਲ 4 ਆ ਵੱਡੇ ਔਗਣ ਨੇ। ਕਿਸੇ ਚਿੱਠੀ ਲੈ ਕੇ ਪਾਈ, 4 ਇਹਦੇ ਕੋਲ ਔਗਣ ਜੇ ਵੱਡੇ। ਕਹਿੰਦੇ ਨੇ ਧਰਮਦਾਸ ਜੀ ਨਾ ਚਿੱਠੀ ਲੈ ਕੇ ਸਾਧੂ ਦੇ ਕੋਲ ਚਲੇ ਗਏ, ਚਰਨ ਪਕੜ ਕੇ ਕਹਿੰਦੇ ਨੇ ਉਹ ਗੁਰਮੁਖਾ ਤੇਰਾ ਸ਼ੁਕਰ, ਕਿੰਨਾ ਭਾਗਾਂ ਵਾਲਾ, ਤੇਰੇ ਚ 4 ਨੇ ਸੀ ਤੇ ਸਮੁੰਦਰ ਦੀ ਤਰ੍ਹਾਂ ਔਗਣਾਂ ਨਾਲ ਭਰੇ ਪਏ। ਉਹ ਤੇਰੇ ਵਿੱਚ ਤੇ 4 ਹੀ ਨੇ, ਤੇਰੇ ਚਰਨ ਪਕੜਨ ਆਇਆ। ਦੇਖ ਮੈਂ ਤਾਂ ਸਮੁੰਦਰ ਦੀ ਤਰ੍ਹਾਂ ਔਗਣਾਂ ਨਾਲ ਭਰਿਆ। ਉਸ ਬੰਦੇ ਦੀਆਂ ਭੁੱਬਾਂ ਨਿਕਲ ਗਈਆਂ। ਕਹਿੰਦਾ ਅੱਜ ਤੋਂ ਬਾਅਦ ਮੈਂ ਔਗਣ ਨਹੀਂ ਕਰਾਂਗਾ। ਇਹ ਨੇ ਉਹ ਲੋਕ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਨੇ ਆ, ਜਿਹੜੇ ਦੇਖ ਕੇ ਅਣਦੇਖ ਕਰਦੇ ਨੇ। ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਗੁਰਮੁਖਾਂ ਤੂੰ ਗੁਣਾ ਦੀ ਸਾਂਝ ਪਾਈ ਤੇ ਸੱਚ ਜਾਣੋ, ਜੇ ਗੁਣਾ ਦੀ ਸਾਂਝ ਪਾਣ ਲੱਗੀਏ ਤੇ ਕਈ ਵਾਰੀ ਔਗਣ ਵੀ ਗੁਣ ਦਿਸ ਪੈਂਦੇ ਨੇ। ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ, ਵੇਸ਼ਵਾ ਦਾ ਕਰਮ ਬੜਾ ਨੀਚ ਏ ਤੇ ਬਾਬਾ ਨਾਮਦੇਵ ਕਹਿੰਦਾ ਇਹਦੇ ਵਿੱਚ ਵੀ ਇੱਕ ਗੁਣ ਹੈ ਜੀ। ਕਿਉਂ? ਕਹਿਣ ਲੱਗੇ ਰੋਜ਼ ਲੋਕੀ ਲਾਹਨਤਾਂ ਪਾਉਂਦੇ ਦੁਰਕਾਰਦੇ ਨੇ, ਉਹ ਫਿਰ ਵੀ ਵਿਸ਼ੇ ਭੋਗਣ ਤੋਂ ਮਰਦੀ ਨਹੀਂ। ਤੂੰ ਇੱਕ ਗੱਲ ਚੇਤੇ ਰੱਖ ਵੀ ਇਹਦਾ ਇਹ ਗੁਣ ਲੈ ਲੈ, ਜੇ ਉਹ ਮਕਾਰਾਂ ਤੋਂ ਨਹੀਂ ਮੁੜਦੀ ਤੇ ਤੂੰ ਰੱਬ ਦੇ ਨਾਮ ਵੱਲੋਂ ਕਦੀ ਨਾ ਮੁੜੀ। ਦੇਖੋ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬਚਨ ਕਿਹਾ ਕਿ ਇਹਨਾਂ ਨੇ ਗੁਲਾਬ ਦਾ ਫੁੱਲ ਖਿੜਿਆ ਸੀ, ਉਹਦੇ ਨਾਲ ਐਡਾ ਵੱਡਾ ਕੰਡਾ, ਪੋਟੇ ਜਿਹਦਾ ਤਿੱਖਾ ਕੰਡਾ। ਤੇ ਉਹ ਕਹਿੰਦੇ ਨੇ ਕਿਸੇ ਨੇ ਪੁੱਛ ਲਿਆ ਵੀ ਤੂੰ ਇੰਨਾ ਕੋਮਲ ਹੈ ਤੇ ਤੇਰੇ ਵਿੱਚ ਐਡਾ ਵੱਡਾ ਔਗਣ ਤੇ ਆ ਕੰਡਾ ਤੈਨੂੰ ਚੰਗਾ ਨਹੀਂ ਲੱਗਦਾ, ਇਹ ਔਗਣ ਹੈ। ਤੇ ਸ਼ਬਦ ਬੜੇ ਸੋਹਣੇ ਕਹਿਣ ਲੱਗੇ ਗੁਲਾਬ ਫੁੱਲ ਨੂੰ ਕਿਸੇ ਪੁੱਛਿਆ, ਫੁੱਲ ਗੁਲਾਬ ਨੂੰ ਕਿਸੇ ਪੁੱਛਿਆ, ਐਵੇਂ ਸੁੱਕੋ ਸੁੰਦਰਤਾ ਦੇ ਸਾਈਂ। ਕਈਆਂ ਕਿਤਾਬਾਂ ਵਿੱਚ ਸ਼ਬਦ ਹੁੰਦਾ ਐਵੇਂ ਕੋਮਲਤਾ ਦੇ ਸਾਈਂ, ਇਸ ਸੁਹਾਪਣ ਇਸ ਸੋਝ ਸੋਹਲ ਨੂੰ ਕਿਉਂ ਕੰਡਿਆਂ ਬਜਲਾਈ। ਇੰਨਾ ਸੋਹਣਾ ਕੰਡਾ ਤੇਰਾ ਔਗਣ ਹੈ
कहन लगे मस्त अलमस्त सुर विच सोहणे। उन्हें अगों उत्तर दिता है, कहन लगा भी मैनू ये कोई पता नहीं भी ये कंडा मेरा अवगण है जां ये गुण है। कहन लगे मस्त अलमस्त विच सोहणे कया। कहन लगा मैनू ये नहीं पता किहो जिहा, पर एक गल दी समझ पै गई, तोड़न नां दी फट्टी मेरे मौला ने लिख लाई। कहंदा इनू अवगण ना तकी, ये गुण ही मानो रब ने कंडा फट्टी बना के लाया भी इनू एवें धक्के नाल तोड़ के ना ले, ये गुण नू तक। भाई गुरदास ने तां ही कहा भी देख के अनडिठ करी, ते करना किवें में उन्हां दा एक कवित साझा करके संपूर्णता करांगा कि जिन्हां ने देख के अनडिठ कीता। वो कहंदे ने मोर दे खंभां नू देख, मोर दियां अखां नू देख, मोर नू पहिलां पांदियां देख ते ओदे बोलां नू सुण, चेते रखी ओदे पैरां नू कदी ना देखी, पैर ओदा अवगण नहीं, तू गुणां दी सांझ करी। कहन लगे संदल चंदन दे रुख नू देखी, ओदी शीतलता नू देख, दूजियां कंडियां वालियां झाड़ियां नू भी सुगंधी दिंदा है, कदी ये ना देखी भी इहदे नेड़े चा सारा दिन सप चमड़े रहिंदे, गुण तकी अवगण नहीं। कहन लगे कमल दे फुल नू गुलाब दे फुल नू तकी, पर कंडियां वल झाती ना पाई, अंब दे फल नू तकी, पर ओदी कौड़ी गिटक नू ना तकी। जदों दुनिया विच तिरे ते अवगण देख के अनडिठ कर दई, ते जदों गुण मिले ते नमस्कार करके गुणां दी सांझ कर ले। भाई साहब ने शब्द कहे ने, कहन लगे जैसे नैन बैन पंख सुंदर सरबंग मोर, ताके पग देख मन दोख ना विचारिए, ताके पग देख और दोख ना विचारिए। संदल सुगंध अत कोमल कमल जैसे, कंटक बलोक ना अवगन उरधारिए। कहन लगे जैसे अमृत फल मिष्ट गुनाद स्वाद, बीज करवाई कै बुराई ना संभारिए। फिर कहन लगे कल चेते रखी, इसे तरह तू गुणा दी सांझ पाई, अवगुणा दी सांझ कदी ना पाई। रब मेहर करे कि तेनू गुण ग्रहण करन दी जाच आ जाए। जिन्हां ने अवगुण देखे देख के अनडिठ कर दिता, ते अज भी ਜਿਹੜੇ ਕਿਸੇ ਦੇ ਅਵਗਣ ਨੂੰ ਦੇਖ ਕੇ ਅਣਡਿੱਠ ਕਰ ਦਿੰਦੇ ਨੇ, ਅਸੀਂ ਉਹਨਾਂ ਨੂੰ ਰੋਜ਼ ਅਰਦਾਸ ਵਿੱਚ ਉਹਨਾਂ ਦੀ ਕਮਾਈ ਦਾ ਧਿਆਨ ਧਰਨੇ। ਗੁਰਮਖੋ ਗੁਣਾਂ ਦੇ ਗ੍ਰਾਹਕ ਬਣੀਏ। ਮੇਰੇ ਸਾਹਿਬ ਨੇ ਬਾਣੀ ਵਿੱਚ ਕਿਹਾ ਸੀ, ਕਹਿਣ ਲੱਗੇ ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਬਿਹਾਜੈ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਕਹਿਣ ਲੱਗੇ ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ, ਲੱਗੀ ਆਵੇਂ ਸਹੁਰੇ ਨਿਤ ਨਾ ਪਈਆ ਹੋਏ। ਕਹਿਣ ਲੱਗੇ ਨਾਨਕ ਸੁੱਤੀ ਪਈ ਹੈ, ਜਾਨ ਵਿਰਤੀ ਸਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਨਾਨਕ ਅਵਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕਟੀਆਂ ਸੇ ਭਾਈ ਸੇ ਵੀਰ। ਜੇ ਗੁਣ ਹੋਣਗੇ ਭਰਾ ਦੀ ਤਰ੍ਹਾਂ ਬੰਧਨ ਕੱਟ ਦੇਣਗੇ, ਅਵਗਣ ਤਾਂ ਜੰਜੀਰਾਂ ਬਣ ਜਾਂਦੇ ਨੇ। ਗੁਰਮਖੋ ਰੱਬ ਅਵਗਣ ਦੇਖ ਕੇ ਅਣਡਿੱਠ ਕਰ ਦਿੰਦੇ ਨੇ, ਗੁਰੂ ਅਵਗਣ ਦੇਖ ਕੇ ਅਣਡਿੱਠ ਕਰਦਾ ਹੈ। ਤੇ ਸਿੱਖਾਂ ਤੂੰ ਗੁਣਾਂ ਦੀ ਸਾਂਝ ਪਾ ਕੇ ਚੱਲੀ, ਰੱਬ ਮਿਹਰ ਕਰੇ ਤੂੰ ਅਵਗਣ ਦੇਖ ਕੇ ਅਣਡਿੱਠ ਕਰੇ, ਤੇ ਤੇਰੇ ਮਨ ਦੀ ਬਿਰਤੀ ਵੀ ਇੱਕ ਬਣ ਜਾਏ ਕਿ ਅਵਗਣ ਛਾੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਈ ਜੀਓ। ਕਿਤੇ ਤੇਰੇ ਅੰਦਰ ਇਹ ਸ਼ਬਦ ਵਸ ਜਾਏ ਕਿ ਫਰੀਦਾ ਜਿੰਨੀ ਕਮੀ ਨਾਹੀ ਗੁਣ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਜਿਨ੍ਹਾਂ ਗੁਰਮੁਖਾਂ ਨੇ ਅਵਗੁਣਾਂ ਨੂੰ ਦੇਖ ਕੇ ਅਣਡਿੱਠ ਕੀਤਾ, ਉਹਨਾਂ ਦੀ ਕਮਾਈ ਦਾ ਅਸੀਂ ਰੋਜ਼ ਧਿਆਨ ਧਰਨੇ ਆ। ਦਾਤਾ ਜੀ ਮਿਹਰ ਕਰਨ, ਐਸਾ ਐਸਾ ਮਨ ਨੂੰ ਜੋੜੀਏ ਕਿਤੇ ਕਿ ਇਹ ਮੱਖੀ ਵਾਲੀ ਬਿਰਤੀ ਨੂੰ ਛੱਡ ਦੇ। ਕਿਉਂਕਿ ਮੱਖੀ ਦੀ ਬਿਰਤੀ ਬੜੀ ਭੈੜੀ ਜੇ। ਮੱਖੀਆਂ ਦੋ ਨੇ, ਇੱਕ ਸ਼ਹਿਦ ਦੀ ਮੱਖੀ ਏ, ਇੱਕ ਗੰਦਗੀ ਤੇ ਬਹਿਣ ਵਾਲੀ ਮੱਖੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਸ਼ਹਿਦ ਦੀ ਮੱਖੀ ਬਣੀ, ਉਹ ਕਦੀ ਵੀ ਗੰਦਗੀ ਦੇ ਢੇਰ ਤੇ ਨਹੀਂ ਬਹਿੰਦੀ। ਜਦੋਂ ਵੀ ਬਹਿਗੀ ਫੁੱਲ ਦੇ ਸ਼ਿਖਰ ਤੇ ਬਹਿਗੀ, ਪਰ ਬਦਕਿਸਮਤ ਉਹ ਗੰਦ ਤੇ ਬਹਿਣ ਵਾਲੀ ਮੱਖੀ ਹੈ ਜਿਹਨੂੰ ਚੰਦਨ ਦੀ ਲੱਕੜ ਵੀ ਚੰਗੀ ਨਹੀਂ ਲੱਗਦੀ। ਕਦੀ ਦੇਖਿਓ ਮੱਖੀ ਬੈਠੀ ਹੋਵੇ ਤੇ ਸੁਗੰਧੀ ਦਾ ਪ੍ਰੈਸ਼ਰ ਕਿਤੇ ਮਾਰੋ ਤੇ ਮੱਖੀਆਂ ਉੱਠ ਕੇ ਚਲੀਆਂ ਜਾਂਦੀਆਂ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜੈ ਬਿਗੰਧ ਤੈ ਜਾਏ। ਪਰ ਤੂੰ ਕਿਵੇਂ ਰਹਿਣਾ? ਹੁਣ ਆਪਾਂ ਕਹਾਂਗੇ ਇੱਥੇ ਸ਼ਬਦ ਕਿਹਾ ਹੈ ਕਿ ਜਿੱਥੇ ਮੱਖੀ ਜਾਂਦੀ ਉੱਥੇ ਗੰਦਗੀ ਹੈ, ਜੇ ਬਿਗੰਧ ਤੈ ਜਾਏ। ਪਰ ਕਹਿਣ ਲੱਗੇ ਚੇਤੇ ਰੱਖੀ, ਜੇ ਸਾਈਂ ਦੇ ਚਰਨਾਂ ਵਿੱਚ ਜੁੜਨਾ ਹੀ ਨਾ ਮਾਧੋ, ਸਤ ਸੰਗਤ ਸ਼ਰਨ ਤੁਮਾਰੀ,
हम औगण तुम उपकारी, तुम मखतूल सफेद सपियल, हम बपरे जसकीरा, सत संगत मिल रही है माधो जैसे मद मखीरा। शहद दी मक्खी बनी गुणा नू इकट्ठियां करी। सियाणे कहंदे ने कीड़ी ना बनी किते एडे वड्डे मकान विच खोड़ ही लभदी रहे, छाननी ना बनी छज बनदी तेनू जाच आ जाए। छाननी चंगे सारे तत नू थल्ले सड़ दिंदी है ते जेड़ा चूरा फोक होवे ओनू अपने को रख दिए। छज सारी मैल बाहर सड़ दे, दाणियां नू अपने को रख दे। गुरमुखा बस छज वाली किते बिरती बन जाई, छाननी वाली त्याग दई, गुणा दा ग्राहक होवी, औगणा नू अनडिठ करी ते एक दिन तेरी कमाई दा भी लोग ध्यान धर के कहणगे जिन्ना देख के अनडिठ कीता। कल नू आपां अगे तुरना है। देखो इन्हां सारियां दी गिनती असीं कर लईए। देख के अनडिठ कीता तिन्हां प्यारियां सचियारियां। कौन ने सचियारे, कौन ने प्यारे? ते फिर नाल कहांगे तिन्हां दी कमाई दा, कथनी दा नहीं। कमाई केड़ी है ते ओदा ध्यान धरांगे। ध्यान धर के कहणगे ईरखा ना करी मेरे तो अगे निकल गए ने, ध्यान धर के तू वाहिगुरू वाहिगुरू करी, तू भी इन्हां वर्गा बन सकेगा। ये कल नूं आपां वाचांगे। खोईयां भुल्लां बख्श देणियां जी। वाहिगुरू जी का खालसा।